ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਰਜੀਤ ਸਿੰਘ ਜੀ ਭੱਟੀ ਅੱਜ ਜਿਹੜੀ ਪ੍ਰੈਜੈਂਟੇਸ਼ਨ ਲੈ ਕੇ ਆ ਰਹੇ ਨੇ ਸਾਡੇ ਰਾਜ ਤੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਸਿੱਕੇ ਚੱਲਦੇ ਸੀਗੇ ਲੀਫ ਦੇ ਵਿੱਚ ਵੀ ਸਾਡਾ ਰਾਜ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋਇਆ ਸੀ, ਜਿਹਨੂੰ ਸਿੱਖ ਅੰਪਾਇਰ ਖਾਲਸਾ ਰਾਜ ਸਰਕਾਰੇ ਖਾਲਸਾ ਦਾ ਨਾਮ ਵੀ ਦਿੱਤਾ ਗਿਆ ਸੀ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਸਿੱਕੇ ਵੀ ਚਲਾਏ ਸੀ। ਚਲਦੇ ਚਲਦੇ ਉਹ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚੇ ਸੀ। ਸੋ ਉਹਨੂੰ ਬਹੁਤ ਹੀ ਵਿਸਥਾਰ ਪੂਰਵਕ ਸੰਗਤਾਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਰਜੀਤ ਸਿੰਘ ਜੀ ਭੱਟੀ। ਡਾਕਟਰ ਸਾਹਿਬ ਜੀ ਆਇਆਂ ਨੂੰ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਤੁਹਾਡੇ ਵਿੱਚੋਂ ਖਾਸ ਤੌਰ ਤੇ ਬੱਚਿਆਂ ਵਿੱਚੋਂ ਬਹੁਤ ਸਾਰਿਆਂ ਨੇ ਬਚਪਨ ਵਿੱਚ ਸਭ ਨੇ ਕਈਆਂ ਨੂੰ ਇਹੋ ਜਿਹੇ ਸ਼ੌਕ ਹੁੰਦੇ ਨੇ ਕਿ ਸਿੱਕੇ ਇਕੱਠੇ ਕਰਨੇ, ਅਲੱਗ-ਅਲੱਗ ਟਾਈਮਸ ਤੇ ਪੋਸਟੇਜ ਸਟੈਂਪਸ ਇਕੱਠੀਆਂ ਕਰਨੀਆਂ ਹੋਰ ਇਸ ਕਿਸਮ ਦੇ। ਇਹ ਬੜੇ ਯੂਜ਼ਫੁਲ ਇੱਕ ਸ਼ੌਕ ਹੈ, ਹੌਬੀ ਹੈ, ਕਿਉਂਕਿ ਇਸ ਦੇ ਨਾਲ ਤੁਹਾਨੂੰ ਉਸ ਈਰਾ ਦਾ ਜਿਸ ਟਾਈਮ ਦੇ ਉਹ ਸਿੱਕੇ ਜਾਂ ਸਟੈਂਪਸ ਨੇ ਬਹੁਤ ਸਾਰਾ ਪਤਾ ਲੱਗਦਾ। ਸੋ ਅੱਜ ਮੈਂ ਤੁਹਾਡੇ ਨਾਲ ਸਿੱਖ ਰਾਜ ਦੇ ਬਾਰੇ ਗੱਲ ਕਰਾਂਗਾ, ਲੇਕਿਨ ਉਹਦੇ ਨਾਲ ਰਿਲੇਟਡ ਇੱਕ ਸਟੈਪ ਪਿੱਛੇ ਔਰ ਇੱਕ ਸਟੈਪ ਸਿੱਖ ਰਾਜ ਤੋਂ ਬਾਅਦ ਦੇ ਜਿਹੜੇ ਸਿੱਕੇ ਨੇ ਉਹਨਾਂ ਬਾਰੇ ਵੀ ਥੋੜੀ ਜਿਹੀ ਗੱਲ ਕਰਾਂਗਾ। ਉਹ ਬੇਸ਼ੱਕ ਬਰੀਫ ਪਾਸਿੰਗ ਰੈਫਰੈਂਸ ਹੀ ਹੋਏਗਾ, ਪਰ ਉਹ ਕਨੈਕਟਡ ਨੇ ਕਿ ਸਿੱਖ ਰਾਜ ਤੋਂ ਪਹਿਲੇ ਕੀ ਸੀ ਟ੍ਰੈਡੀਸ਼ਨ ਤੇ ਬਾਅਦ ਚ ਕੀ ਹੋਇਆ। ਇਹਨਾਂ ਤੋਂ ਬਹੁਤ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਦਾ। ਸੋ ਅੱਜ ਇਹ ਜਿਹੜੀ ਗੱਲ ਮੈਂ ਕਰਨਾ ਚਾਹ ਰਿਹਾ ਇਹ ਸਿੱਖ ਹਿਸਟਰੀ ਦੇ ਰੈਫਰੈਂਸ ਵਿੱਚ ਹੈ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਬੁੰਗਿਆਂ ਦੀ ਜਾਂ ਤਖਤਾਂ ਦੀ, 5 ਤਖਤਾਂ ਦੀ ਮੈਂ ਗੱਲ ਕੀਤੀ ਸੀ, ਇਸੇ ਤਰ੍ਹਾਂ ਇਹ ਜਿਹੜੇ ਸਿੱਕੇ ਸਿੱਖ ਰਾਜ ਵਿੱਚ ਇਸ਼ੂ ਕੀਤੇ ਗਏ ਡਿਫਰੈਂਟ ਕਿੰਗਸ ਵੱਲੋਂ, ਇਹਨਾਂ ਦੀ ਵੀ ਇੱਕ ਖਾਸ ਇੰਪੋਰਟੈਂਸ ਹੈ ਔਰ ਉਹ ਸਾਨੂੰ ਇਹ ਦੱਸਦੇ ਨੇ ਕਿ ਸਿੱਖ ਕੌਮ ਦੀ ਸੋਚ, ਉਹਨਾਂ ਦੀ ਥਿੰਕਿੰਗ ਉਹਨਾਂ ਤੋਂ ਜਿਹੜੇ ਪਹਿਲੇ ਸਨ ਉਹਨਾਂ ਤੋਂ ਕਿੱਦਾਂ ਡਿਫਰੈਂਟ ਸੀ, ਔਰ ਜਿਹੜਾ ਬ੍ਰਿਟਿਸ਼ ਐਮਪਾਇਰ 1849 ਤੋਂ ਇੰਡੀਆ ਦੇ ਵਿੱਚ ਆਇਆ, ਹਾਊ ਵਰ ਦੇ ਡਿਫਰੈਂਟ, ਕਿਸ ਤਰ੍ਹਾਂ ਉਹਨਾਂ 'ਚ ਫਰਕ ਕੀ ਸੀ, ਸਾਡੀ ਸੋਚ ਦਾ ਫਰਕ ਹੈ। ਔਰ ਇਹ ਜਿਹੜੀ ਸੋਚ ਹੈ ਸਿੱਖਾਂ ਦੀ ਸਿੱਖ ਰਾਜ ਦੇ ਦੌਰਾਨ, ਇਹ ਇੱਕ ਗੱਲ ਸਮਝਣ ਵਾਲੀ ਹੈ। ਤੋ ਇਹ ਜਿਹੜਾ ਸਿੱਖ ਰਾਜ ਸੀ ਇਹ 1709 ਤੋਂ ਸ਼ੁਰੂ ਹੋਇਆ ਔਰ 1849 ਵਿੱਚ ਖਤਮ ਹੋਇਆ। ਇਹ ਤਕਰੀਬਨ 150 ਸਾਲ ਰਿਹਾ ਔਰ ਇਸ ਦੌਰਾਨ ਕਈ ਤਰ੍ਹਾਂ ਦੇ ਸਿੱਕੇ ਇਸ਼ੂ ਕੀਤੇ ਗਏ। ਪਰ ਇਸ ਤੋਂ ਪਹਿਲੇ ਮੈਂ ਇੱਕ ਬਰੀਫ ਰੈਫਰੈਂਸ ਦੇਣਾ ਚਾਹਨਾ ਮੁਹੰਮਦ ਬਿਨ ਤੁਗਲਕ ਦਾ, ਜਿਸਨੇ ਤੁਸੀਂ ਪੜ੍ਹਿਆ ਹੋਵੇਗਾ ਕਿ ਦਿੱਲੀ ਤੋਂ ਦੌਲਤਾਬਾਦ ਆਪਣੀ ਰਾਜਧਾਨੀ ਨੂੰ ਸ਼ਿਫਟ ਕੀਤਾ ਸੀ ਔਰ ਉਸ ਤੇ ਸਾਰਾ ਖਜ਼ਾਨਾ ਉਸਦਾ ਖਾਲੀ ਹੋ ਗਿਆ, ਇੰਨਾ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਉਸਨੇ ਇੱਕ ਨੋਸ਼ਨਲ ਕੋਇਨਸ ਜਾਰੀ ਕੀਤੇ ਸੀ। ਤਾਂ ਉਹਨੇ ਕਿਹਾ ਕਿ ਇਹ ਜਿਹੜੇ ਕੋਇਨਸ ਨੇ, ਕਾਪਰ ਦਾ ਜਿਹੜਾ ਕੋਇਨ ਹੋਏਗਾ ਉਹਦੀ ਵੈਲਿਊ ਸਿਲਵਰ ਕੋਇਨ ਦੇ ਬਰਾਬਰ ਹੋਏਗੀ ਔਰ ਜਿਹੜਾ ਸਿਲਵਰ ਕੋਇਨ ਹੈ ਉਹਦੀ ਵੈਲਿਊ ਗੋਲਡ ਕੋਇਨ ਦੇ ਬਰਾਬਰ ਹੋਏਗੀ। ਔਰ ਗੋਲਡ ਕੋਇਨ ਇਸ਼ੂ ਕਰਨੇ ਉਹਨੇ ਬੰਦ ਕਰ ਦਿੱਤੇ ਸੀ ਕਿਉਂਕਿ ਪੈਸਾ ਨਹੀਂ ਸੀ ਹੈਗਾ, ਗੋਲਡ ਨਹੀਂ ਸੀ ਹੈਗਾ, ਉਹ ਸਾਰਾ ਉਹ ਖਰਚ ਕਰ ਚੁੱਕਾ ਸੀ। ਤੇ ਜਿਹੜੇ ਕਾਪਰ ਦੀ ਜਗ੍ਹਾ ਦੇ ਉੱਤੇ ਸਿੱਕੇ ਆਏ ਉਹ ਉਸਨੇ ਲੈਦਰ ਦੇ ਸਿੱਕੇ ਵੀ ਚਲਾਏ। ਤਾਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਮੈਂ ਇਹ ਦੱਸ ਰਿਹਾ ਕਿ ਹਿਸਟਰੀ ਵਿੱਚ ਤਕਰੀਬਨ 1329 ਤੋਂ 1332 ਦੇ ਵਿਚਕਾਰ ਇੰਡੀਆ ਦੇ ਵਿੱਚ ਕਿਸੇ ਟਾਈਮ ਦੇ ਉੱਤੇ ਲੈਦਰ ਦੇ ਸਿੱਕੇ ਵੀ ਚੱਲੇ ਸਨ ਪਹਿਲੇ। ਉਸ ਤੋਂ ਬਾਅਦ
ਬਾਬਰ ਔਰ ਹੁਮਾਯੂੰ ਦਾ ਟਾਈਮ ਆਇਆ ਤੇ ਉਹਨਾਂ ਦੇ ਉੱਤੇ ਜਿਹੜੀ ਖਾਸ ਗੱਲ ਮੈਂ ਸਟ੍ਰੈਸ ਕਰਨਾ ਚਾਹੁੰਦਾ ਉਹ ਇਹ ਹੈ ਕਿ ਬਾਬਰ ਔਰ ਹੁਮਾਯੂੰ ਨੇ ਉਹਨਾਂ ਜਿਹੜੇ ਕਾਪਰ ਜਾਂ ਸਿਲਵਰ ਜਾਂ 골ਡ ਦੇ ਸਿੱਕੇ ਸਨ ਉਹਨਾਂ ਦੇ ਉੱਤੇ ਆਪਣੇ ਨਾਮ ਖੁਦਵਾਏ, ਉਹਨਾਂ ਦੇ ਇੰਪ੍ਰਿੰਟ, ਆਪਣੇ ਈਅਰ ਲਿਖਿਆ, ਉਸ ਦੇ ਉੱਤੇ ਆਪਣਾ ਨਾਂ ਲਿਖਿਆ, ਇਸ ਕਿਸਮ ਦੀਆਂ ਗੱਲਾਂ। ਔਰ ਇਹ ਜਿਹੜਾ ਰਾਜ ਸੀ 1526 ਤੋਂ 1850 ਤੱਕ ਰਿਹਾ। ਇਨ ਬਿਟਵੀਨ ਇੱਕ ਹੋਰ ਇੰਟਰਸਟਿੰਗ ਘਟਨਾ ਇਹ ਹੋਈ ਕਿ ਸ਼ੇਰ ਸ਼ਾਹ ਸੂਰੀ ਨੇ, ਉਹ ਵੀ ਇੱਕ ਅਫਗਾਨ ਸੀ, ਉਸਨੇ ਇੰਡੀਆ ਦੇ ਉੱਤੇ ਜਿਸ ਵਕਤ ਹਮਲਾ ਕੀਤਾ 1539 ਵਿੱਚ, ਉਸ ਵਕਤ ਇੱਥੇ ਹੁਮਾਯੂੰ ਦਾ ਰਾਜ ਸੀ। ਹੁਮਾਯੂੰ ਨੂੰ ਉਸਨੇ ਡਿਫੀਟ ਕੀਤਾ। ਬਿਹਾਰ 'ਚ ਇੱਕ ਜਗ੍ਹਾ ਹੈ ਚੌਸਾ, ਉੱਥੇ ਜਿਹੜੀ ਬੈਟਲ ਹੋਈ ਉਸ ਵਿੱਚ ਹੁਮਾਯੂੰ ਹਾਰ ਗਿਆ। ਜਿਸ ਵੇਲੇ ਹੁਮਾਯੂੰ ਉੱਥੋਂ ਦੌੜ ਕੇ ਆਪਣੀ ਜਾਨ ਬਚਾਉਣ ਲੱਗਾ ਤਾਂ ਰਾਹ 'ਚ ਇੱਕ ਦਰਿਆ ਸੀ ਜਿਸ ਨੂੰ ਪਾਰ ਕਰਨ ਵਿੱਚ ਇੱਕ ਵਿਅਕਤੀ ਨੇ ਉਸ ਦੀ ਮਦਦ ਕੀਤੀ। ਉਹਦਾ ਨਾਂ ਸੀ ਨਿਜ਼ਾਮ ਪਿਸ਼ਤੀ। ਪਿਸ਼ਤੀ ਹੁੰਦੇ ਨੇ ਵਾਟਰਮੈਨ ਜਾਂ ਵਾਟਰ ਕੈਰੀਅਰ, ਜਿਨ੍ਹਾਂ ਦੇ ਕੋਲ ਇੱਕ ਲੈਦਰ ਦੀ, ਗੋਟ ਸਕਿਨ ਦੀ ਇੱਕ ਕਿਸਮ ਦੀ ਥੈਲੀ ਜੀ ਜਾਂ ਮਸ਼ਕ ਉਸਨੂੰ ਕਹਿੰਦੇ ਨੇ, ਉਹ ਬੈਗ ਸੀ ਜਿਹਦੇ ਵਿੱਚ ਉਹ ਪਾਣੀ ਕੈਰੀ ਕਰਨ ਦਾ ਕੰਮ ਕਰਦੇ ਨੇ, ਪ੍ਰੋਫੈਸ਼ਨਲ ਬੰਦੇ ਹੁੰਦੇ ਨੇ। ਸੋ ਜਿਸ ਵੇਲੇ ਦਰਿਆ ਦੇ ਕੰਢੇ ਆਇਆ ਤੇ ਹੁਮਾਯੂੰ ਨੂੰ ਲੱਗਾ ਕਿ ਮੈਂ ਤੇ ਇਹਨੂੰ ਕ੍ਰਾਸ ਨਹੀਂ ਕਰ ਸਕਦਾ, ਉਸਨੇ ਉਸਨੂੰ ਆਪਣੀ ਜਿਹੜੀ ਉਸਦੀ ਮਸ਼ਕ ਸੀ ਉਹ 'ਚ ਹਵਾ ਭਰ ਕੇ ਉਸਨੂੰ ਐਜ਼ ਏ ਫਲੋਟਿੰਗ ਬੈਲੂਨ ਬਣਾ ਕੇ ਦਰਿਆ ਪਾਰ ਕਰਾ। ਉਸ ਤੋਂ ਬਾਅਦ 5 ਸਾਲ ਰਾਜ ਰਿਹਾ ਸ਼ੇਰ ਸ਼ਾਹ ਸੂਰੀ ਦਾ, ਪਰ ਉਹਦੀ ਡੈਥ ਤੋਂ ਬਾਅਦ ਹੁਮਾਯੂੰ ਫੇਰ ਮੁੜ ਕੇ ਇੰਡੀਆ ਦੇ ਉੱਤੇ ਉਸਨੇ ਕਬਜ਼ਾ ਕਰਕੇ ਤੇ ਰਾਜ ਕਰਨਾ ਸ਼ੁਰੂ ਕੀਤਾ। ਜਿਸ ਵਕਤ ਸੈਕਿੰਡ ਟਾਈਮ ਆਇਆ ਤਾਂ ਉਸਨੇ ਉਸ ਨਿਜ਼ਾਮ ਪਿਸ਼ਤੀ ਨੂੰ ਇੱਕ ਵਾਰੀ ਪੁੱਛਿਆ ਕਿ ਤੂੰ ਮੇਰੀ ਜਾਨ ਬਚਾਈ ਹੈ, ਮੈਂ ਤੇਰੇ ਲਈ ਕੀ ਕਰ ਸਕਦਾ, ਤੇ ਕੋਈ ਤੂੰ ਪੈਸਾ, ਕੋਈ ਹੋਰ, ਕੋਈ ਸੋਨਾ ਹੈ, ਕੋਈ ਚੀਜ਼ ਲੈ ਲੈ ਮੈਥੋਂ। ਉਹ ਕਹਿਣ ਲੱਗਾ ਨਹੀਂ ਜੀ ਮੈਂ ਕੁਛ ਨਹੀਂ ਲੈਣਾ, ਮੇਰੀ ਇਹ ਇੱਛਾ ਹੈ ਕਿ ਤੁਸੀਂ ਮੈਨੂੰ 2.5 ਦਿਨ ਵਾਸਤੇ ਹਿੰਦੁਸਤਾਨ ਦਾ ਕਿੰਗ ਬਣਾ ਦਿਓ, 2.5 days of kingship. This is what he demanded. बादशाह ने चूंकि कमिटमेंट की थी सी, उन्हें कहा ठीक है 2-2.5 दिन तो रहेगा बादशाह और तेरा हुक्म चलेगा। सो उस तो बाद ये होया कि वो जड़ा निज़ाम पिश्ती सी उसने भी लैदर दे कॉइन्स बनाए, क्योंकि ਉਹਦਾ ਕੰਮ ਚਮੜੇ ਦਾ ਸੀ। ਉਹਦੇ ਜਿਹੜੀ ਉਸਦੇ ਪਾਸ ਇੱਕ ਬੈਗ ਸੀ ਵਾਟਰ ਕੈਰੀਅਰ ਦੇ ਕੋਲ, ਉਹਦੇ ਨਾਲ ਛਿੜਕਾਓ ਕੀਤਾ ਜਾਂਦਾ ਹੈ ਜਿੱਦਾਂ ਅਸੀਂ ਸਪਰੇ ਕਰਦੇ ਹਾਂ ਤਾਂ ਕਿ ਡਸਟ ਸੈਟਲ ਹੋ ਜਾਏ। ਤਾਂ ਉਸਨੇ ਆਪਣੀ 2.5 ਦਿਨ ਦੇ ਵਿੱਚ ਉਸਨੇ ਲੈਦਰ ਦੀਆਂ ਕੋਇਨਸ ਚਲਾਈਆਂ, ਪਰ ਬਾਅਦ ਦੇ ਵਿੱਚ ਇਹ ਲੈਦਰ ਕੋਇਨ ਕਿਉਂਕਿ ਬਹੁਤੀਆਂ ਸਕਸੈਸਫੁਲ ਨਹੀਂ ਸਨ, ਇਸ ਕਰਕੇ ਇਹਨਾਂ ਨੂੰ ਵਿਡਰਾਅ ਕਰ ਲਿਆ ਗਿਆ। ਸੋ ਇਹ ਦੋ ਮੈਂ ਤੁਹਾਨੂੰ ਪ੍ਰੀ ਸਿੱਖ ਰਾਜ ਦੇ ਜਿਹੜੇ ਇਨਸੀਡੈਂਟਸ ਨੇ ਇਹ ਦੱਸੇ ਨੇ। ਫਿਰ ਇੱਕ ਇੰਟਰਸਟਿੰਗ ਗੱਲ ਜਿਹਦਾ ਮੈਂ ਰੈਫਰੈਂਸ ਬਾਅਦ 'ਚ ਵੀ ਆਏਗਾ, ਉਹ ਜਹਾਂਗੀਰ ਨੇ ਆਪਣੇ ਟਾਈਮ ਦੇ ਵਿੱਚ ਸਿਲਵਰ ਕੋਇਨਸ, ਚਾਂਦੀ ਦੇ ਸਿੱਕੇ ਚਲਾਏ ਜਿਹੜੇ ਮੈਂ ਇੱਥੇ ਦਿਖਾਇਆ। ਨਾਲ ਹੀ ਉਸਨੇ ਉਸਦੀ ਜਿਹੜੀ ਬੜੀ ਫੇਵਰੇਟ ਬੇਗਮ ਸੀ ਨੂਰ ਜਹਾਂ, ਉਹਦੇ ਨਾਂ ਤੇ ਵੀ ਇੱਕ ਸਿੱਕਾ ਚਲਾਇਆ। ਪਰ ਇੱਥੇ ਉਹ ਨਹੀਂ ਦਿਖਾਇਆ ਜਾ ਰਿਹਾ ਕਿਉਂਕਿ ਉਹ ਹੁਣ ਅਵੇਲੇਬਲ ਨਹੀਂ ਹੈਗੇ ਸਿੱਕੇ। ਉਸ ਸਿੱਕੇ ਦੇ ਵਿੱਚ ਇੱਕ ਪਾਸੇ ਜਹਾਂਗੀਰ ਦੀ ਫੋਟੋ ਸੀ ਜਾਂ ਤਸਵੀਰ ਸੀ ਤੇ ਦੂਸਰੇ ਉਹਦੇ ਪੁੱਠੇ ਪਾਸੇ ਬੇਗਮ ਨੂਰ ਜਹਾਂ ਦੀ ਸੀ। ਸੋ ਲੋਕਾਂ ਨੇ ਇਹਨੇ ਜੋਲੀ ਗੁੱਡ ਮੈਨਰ, ਹਾਸੇ ਮਾਹੌਲ 'ਚ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਉੱਦਾਂ ਤਾਂ ਕਹਿੰਦਾ ਹੈ ਵੀ ਨੂਰ ਜਹਾਂ ਮੇਰੀ ਬੜੀ ਖਾਸ ਹੈ, ਪਰ ਉਹ ਸਿੱਕੇ ਦੇ ਇੱਕ ਪਾਸੇ ਹੈ ਤੇ ਉਹ ਸਿੱਕੇ ਦੇ ਦੂਜੇ ਪਾਸੇ ਹੈ। ਚਲੋ ਖੈਰ, ਇਹ ਇੱਕ ਸਿੱਕੇ ਇਸ ਤਰ੍ਹਾਂ ਦੇ ਚੱਲੇ, ਪਰ ਬਾਅਦ ਦੇ ਵਿੱਚ ਇਹ ਵਿਡਰਾਅ ਹੋ ਗਏ।
ਹੁਣ ਅੱਜ ਕੱਲ੍ਹ ਕਿਸੇ ਮਿਊਜ਼ੀਅਮ ਵਿੱਚ ਸ਼ਾਇਦ ਹੋਣਗੇ ਪਰ ਆਮ ਨਹੀਂ ਹੈ ਮਿਲਦੇ। ਹੁਣ ਮੈਂ ਆਨਾ ਸਿੱਖ ਰਾਜ। ਇਸ ਤੋਂ ਪਹਿਲੇ ਕਿ ਮੈਂ ਸ਼ੁਰੂ ਕਰਾਂ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗਾ ਕਿ ਸਿੱਖ ਰਾਜ ਤੋਂ ਪਹਿਲੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਚਾਹੇ ਉਹ ਲੈਦਰ ਸੀ ਜਾਂ ਸਿਲਵਰ ਸੀ ਜਾਂ ਗੋਲਡ ਸੀ, ਕਾਪਰ ਸੀ ਜਾਂ ਕਿਸੇ ਦੇ ਵੀ ਸੀ, ਉਹਨਾਂ ਸਭ ਦੇ ਉੱਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਬਾਦਸ਼ਾਹ ਸਨ, ਜਾਂ ਤੇ ਉਹਨਾਂ ਦੀ ਆਪਣੀ ਉਸ ਦੇ ਉੱਤੇ ਤਸਵੀਰ ਸੀ ਜਾਂ ਉਹਨਾਂ ਦੇ ਜਿਹੜੇ ਕੋਈ ਫੇਵਰੇਟ ਸਨ, ਕੁਈਨਸ ਵਗੈਰਾ, ਉਹਨਾਂ ਦੀਆਂ ਫੋਟੋਆਂ ਸਨ। ਪਰ ਇੱਥੇ ਤਬਦੀਲੀ ਇਹ ਹੋਈ ਕਿ ਜਿਉਂ ਹੀ ਸਿੱਖ ਰਾਜ ਆਇਆ, ਉਹਦੇ ਉੱਤੇ ਕਿਸੇ ਵੀ ਬੰਦੇ ਦੀ ਜਾਂ ਈਵਨ ਉਹਨਾਂ ਦੀਆਂ ਇਸ਼ੂ ਕਰਨ ਵਾਲਿਆਂ ਦੀਆਂ ਆਪਣੀਆਂ ਵੀ ਕੋਈ ਤਸਵੀਰਾਂ ਉਹਨਾਂ ਨੇ ਨਹੀਂ ਦਿੱਤੀਆਂ। ਸੋ ਦਿਸ ਇਜ਼ ਦ ਫਸਟ ਡਿਫਰੈਂਸ ਯੂ ਵਿਲ ਫਾਈਂਡ। ਇਹ ਕਹਾਣੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਚੱਲਦੀ ਹੈ, ਜਿਨ੍ਹਾਂ ਨੇ 1709 ਤੋਂ ਲੈ ਕੇ 1716 ਤੱਕ 7 ਸਾਲ ਨਾਰਦਰਨ ਇੰਡੀਆ ਦੇ ਉੱਤੇ ਉਹਨਾਂ ਨੇ ਰਾਜ ਕੀਤਾ, ਜਿਸ ਵਿੱਚ ਜਿਹੜਾ ਇਹ ਪੰਜਾਬ ਅੱਜ ਹੈ ਔਰ ਜਿਹੜਾ ਪੰਜਾਬ ਪਾਕਿਸਤਾਨ 'ਚ ਹੈ, ਇਹ ਸਾਰੇ ਇਕੱਠੇ ਸਨ। ਇਹਨਾਂ ਦੋਨਾਂ ਨੂੰ ਮਿਲਾ ਕੇ ਉਦੋਂ ਪੰਜਾਬ ਕਿਹਾ ਜਾਂਦਾ ਸੀ। ਤਾਂ ਉਸਨੇ 1712 ਦੇ ਵਿੱਚ ਇਸ ਪੰਜਾਬ ਦੇ ਉੱਤੇ ਰਾਜ ਦੇ ਦੌਰਾਨ 1712 ਵਿੱਚ ਪਹਿਲਾ ਸਿੱਕਾ ਜਾਰੀ। ਸੋ ਤੁਸੀਂ ਦੇਖ ਰਹੇ ਹੋ ਕਿ ਉਮਰ ਇਸ ਦੀ ਬੜੀ ਛੋਟੀ ਸੀ, 1670 ਤੋਂ 1716, यानी रफली 46 ईयर्स। और इस दौरान उसने सरहंद फतेह किया और छोटे साहबजादियां दे जिन्हां ने उन्होंने नीहां चुनिया सी, वजीर खान, उसका उसनों फतेह करके उसनों पनिश किया और अपना सिख राज का उसने सिक्का चलाया। ये सब तो पहला सिख राज का सिक्का सी। और उसने लैंड रिफॉर्म्स किए ਜਿਹੜੇ ਕਿ ਅੱਜ ਤੱਕ ਚੱਲ ਰਹੇ ਨੇ। ਹੁਣ ਉਸ ਸਿੱਕੇ ਦੇ ਉੱਤੇ ਲਿਖਿਆ ਕੀ ਸੀ, ਕਿਉਂਕਿ ਗੱਲ ਸਿਰਫ ਸਿੱਕੇ ਜਾਰੀ ਕਰਨ ਦੀ ਨਹੀਂ ਹੈ, ਗੱਲ ਇਹ ਹੈ ਕਿ ਉਹਦੇ ਉੱਤੇ ਕੀ ਲਿਖਿਆ ਜਾਂਦਾ। ਉਹਦੇ ਉੱਤੇ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਕੋਈ ਫੋਟੋ ਨਹੀਂ ਦਿੱਤੀ, ਆਪਣੀ ਕੋਈ ਵਡਿਆਈ ਨਹੀਂ ਦੱਸੀ। ਉਹਦੇ ਉੱਤੇ ਇੱਕ ਪਾਸੇ ਲਿਖਿਆ ਸਿੱਕਾ ਜ਼ਦ बर हर दो आलम, ए पर्शियन, फजल सच्चा साहिब अस्त, फतेह गुर गोबिंद सिंह, शाह शाहान तिगे नानक वाह अस्त। थले मैं इसका मीनिंग भी लिखा कि ये कॉइन जिहड़ी सी ये दो जहाना दे विच स्पिरिचुअल ते टेंपोरल गुरु गोबिंद सिंह जी की जित। उन्हें ये नहीं कहा कि मेरी जित, उन्हें लिखा गुरु गोबिंद सिंह की जित ਦੀ ਖੁਸ਼ੀ ਵਿੱਚ ਮੈਂ ਜਾਰੀ ਕਰ ਰਿਹਾ ਹਾਂ, ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਔਰ ਗੁਰੂ ਨਾਨਕ ਸਾਹਿਬ ਦੀ ਇਸ ਦੇ ਉੱਤੇ ਮਿਹਰ ਹੈ। ਇੱਕ ਪਾਸੇ ਇਹ ਲਿਖਿਆ ਪਰਸ਼ੀਅਨ ਵਿੱਚ, ਦੂਸਰੇ ਪਾਸੇ ਲਿਖਿਆ ਜ਼ਰਬ ਖਾਲਸਾ ਮੁਬਾਰਕ ਬਖਤ ਬਾ ਆਮਨ ਉਦ ਦਹਰ ਜ਼ੀਨਤ ਅਤ ਤਖਤ ਮਸ਼ਾਵਰਤ ਸ਼ਹਿਰ ਸਨਾਹਤ ਤਿੰਨ। ਇਹ ਤਿੰਨ ਦਾ ਵੀ ਮਤਲਬ ਹੈ। ਉਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਖੁਸ਼ਕਿਸਮਤ ਆਸਪੀਸ਼ੀਅਸ ਖਾਲਸਾ ਹੈ, ਮੁਬਾਰਕ ਤੇ ਵਰਡ ਯੂਜ਼ ਕੀਤਾ ਗਿਆ, ਔਰ ਜਿਸ ਦੇ ਉੱਤੇ ਇਸ ਦੁਨੀਆ ਨੂੰ ਮਾਣ ਹੈ, ਤਾਣ ਹੈ, ਰਿਫਿਊਜ ਹੈ ਦੁਨੀਆ, ਜਿਹੜਾ ਇਸ ਤਖਤ ਦੇ ਲਾਇਕ ਹੈ, उसका श्रृंगार है, ऑर्नामेंट ऑफ द थ्रोन। उस दी शान दे विच मैं सरहंद जितन तो 3 साल बाद इस सिक्का दा जारी किया जा रहा। सो सरहंद उसने जिती सी 1709 विच, जदों उहदा राज शुरू होया। 1708 विच 10वें पातशाह ज्योति जोत समाए ने और 1 साल उसने पंजाब आके फौज इकट्ठी करके 1709 सरहंद ते फतेह किया सी। सरहंद उस वेले मुगल राज का नॉर्दर्न रीजन का हैडक्वार्टर सी। उस टाइम ते 1712 दे विच 3 साल उसका राज हो चुका सी। तां ये वर्ड अखीर दे उत्ते लिखिया सना 3। इसका मतलब है कि 3 years have passed
after I took over the reign of this empire, and I am issuing it in 1712, 3 years after I took over. So ये सब तो पहला एक दुनिया के इतिहास ਵਿੱਚ ਹੋਇਆ ਕਿ ਕਿਸੇ ਨੇ ਆਪਣੇ ਗੁਰੂ ਦੇ ਨਾਂ ਤੇ ਉਹਦੀ ਸ਼ਾਨ ਵਿੱਚ ਉਹਦੀ ਸ਼ੁਕਰਾਨੇ ਵਿੱਚ ਇਹ ਸਿੱਕੇ ਜਾਰੀ ਹੋਏ। ਇਸ ਸਿੱਖ ਰਾਜ ਤੋਂ ਕੰਮ ਸ਼ੁਰੂ ਹੋਇਆ। ਉਸ ਤੋਂ ਬਾਅਦ ਉਸਨੇ ਹੋਰ ਵੀ ਬੜੇ ਸਿੱਕੇ ਕਾਇਮ ਜਾਰੀ ਕੀਤੇ, ਜਿਸ ਵਿੱਚ ਅੰਮ੍ਰਿਤਸਰ 'ਚ ਇੱਕ ਪੈਸਾ, ਉਸ ਵਕਤ ਪੈਸੇ ਦੀ ਵੀ ਬੜੀ ਵੈਲਿਊ ਸੀ, ਬਹੁਤ ਕੁਝ ਖਰੀਦਿਆ ਜਾ ਸਕਦਾ ਸੀ। ਸੋ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤਾਂਬੇ ਦੇ, ਕਾਪਰ ਦੇ ਜਿਹੜੇ 5.8 ਗ੍ਰਾਮ ਇਹਨਾਂ ਦਾ ਵਜ਼ਨ ਸੀ, ਇਸ ਤਰ੍ਹਾਂ ਦੇ ਸਿੱਕੇ ਚਲੇ ਔਰ ਆਮ ਲੋਕੀ ਇਹੀ ਖਰੀਦਦੇ ਸਨ। ਜਿਹੜੇ ਪਹਿਲੇ ਸਿੱਕੇ ਦੋ ਮੈਂ ਉਹਨਾਂ ਨੇ ਜਾਰੀ ਕੀਤੇ ਸੀ, ਉਹ ਮੈਂ ਇੱਕ ਵਾਰੀ ਫੇਰ ਦਿਖਾਵਾਂ। ਹਾਂ, ਉਹ ਜਿਹੜੇ ਸਿੱਕੇ ਸਨ ਉਹਨਾਂ ਦੇ ਉੱਤੇ ਉਹ ਮਹਿੰਗੇ ਸਨ, ਆਮ ਲੋਕੀ ਨਹੀਂ ਸੀ ਖਰੀਦ ਸਕਦੇ। ਸਿੱਕਿਆਂ ਦੀ ਕੀਮਤ ਉਸ ਵਕਤ ਸੋਨੇ ਚਾਂਦੀ ਦੇ ਜਿਹੜੇ ਪ੍ਰੀਵੇਲਿੰਗ ਰੇਟਸ ਹੁੰਦੇ ਸਨ ਉਹਦੇ ਨਾਲ ਫਿਕਸ ਹੁੰਦੇ ਸੀ। ਸੋ ਆਬਵੀਅਸਲੀ ਜੋ ਰੇਟ ਬਾਜ਼ਾਰ ਵਿੱਚ ਚਾਂਦੀ ਦਾ ਹੈ, ਉਸ ਹਿਸਾਬ ਨਾਲ ਚਾਂਦੀ ਦਾ ਸਿੱਕੇ ਦੀ ਕੀਮਤ ਹੁੰਦੀ ਸੀ ਕਿ ਇਹਦੀ ਵਰਥ ਇੰਨੀ ਹੈ। ਇਸੇ ਤਰ੍ਹਾਂ ਗੋਲਡ, ਇਸ ਤਰ੍ਹਾਂ ਕਾਪਰ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ, ਕਿਉਂਕਿ ਇਹ 1716 ਵਿੱਚ ਇਹਨਾਂ ਦੀ ਸ਼ਹੀਦੀ ਹੋ ਗਈ, ਉਸ ਤੋਂ ਬਾਅਦ ਸੁਲਤਾਨ ਉਲ ਮੁਲਕ ਬੜੇ ਵੱਡੇ ਇੱਕ ਜਰਨੈਲ ਹੋਏ ਨੇ, ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ, ਜਿਨ੍ਹਾਂ ਦੀ ਮੈਂ ਲਿਖਿਆ ਕਿ 1718 ਤੋਂ 1783 ਤੱਕ ਇੰਨੇ ਸਾਲ ਦੀ ਉਹਨਾਂ ਦੀ ਉਮਰ ਸੀ। ਔਰ ਉਹਨਾਂ ਨੇ ਇੱਕ ਸਿੱਕਾ ਚਲਾਇਆ 1761 ਵਿੱਚ। ਉਸ ਤੋਂ ਬਾਅਦ ਇਹਨਾਂ ਦਾ ਰਾਜ ਆਇਆ। ਇਹਨਾਂ ਦਾ ਰਾਜ ਕਿਸ ਤਰ੍ਹਾਂ ਆਇਆ ਕਿ ਅਬਦਾਲੀ ਨੇ ਤਕਰੀਬਨ 10 ਸਾਲ ਦੇ ਵਿੱਚ ਕਈ ਹਮਲੇ ਹਿੰਦੁਸਤਾਨ ਤੇ ਕੀਤੇ, ਖਾਸ ਤੌਰ ਤੇ ਪੰਜਾਬ, ਔਰ ਜ਼ਿਆਦਾਤਰ ਉਸਨੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨੁਕਸਾਨ ਕੀਤਾ, ਸਿੱਖਾਂ ਦਾ ਨੁਕਸਾਨ ਕੀਤਾ, ਕਿਉਂਕਿ ਹੋਰ ਤਾਂ ਕੋਈ ਉਹਨਾਂ ਦੇ ਅਬਦਾਲੀ ਦੇ ਸਾਹਮਣੇ ਖਲੋਂਦਾ ਹੀ ਨਹੀਂ ਸੀ। ਸਾਰੇ ਹਥਿਆਰ ਸੁੱਟ ਕੇ ਦੌੜ ਜਾਂਦੇ ਸਨ ਤੇ ਸਿਰਫ ਇਹੀ ਕੌਮ ਸੀ ਜਿਹੜੀ ਕਿ ਉਸ ਨੂੰ ਅੱਗੋਂ ਹੋ ਕੇ ਟੱਕਰਦੀ ਸੀ। ਬਹਾਦਰ ਕੌਮ ਸੀ ਔਰ ਗੁਰੂ ਦੀ ਇਹਨਾਂ ਦੇ ਉੱਤੇ ਬਖਸ਼ਿਸ਼ ਸੀ। ਸੋ ਇਸ ਕਰਕੇ ਉਹਦੇ ਮਨ ਵਿੱਚ ਸਭ ਤੋਂ ਜ਼ਿਆਦਾ ਅਗਰ ਗੁੱਸਾ ਸੀ ਜਾਂ ਰਿਵੈਂਜ ਦੀ ਭਾਵਨਾ ਸੀ, ਬਦਲਾ ਲੈਣ ਦੀ, ਉਹ ਸਿੱਖਾਂ ਦੇ ਪ੍ਰਤੀ ਸੀ। ਉਸਨੇ ਜਿਹੜੇ ਹਮਲੇ ਕੀਤੇ, ਉਸਨਾਂ ਦਾ ਮਿਸਲਾਂ ਸਨ ਉਸ ਵਕਤ 12 ਮਿਸਲਾਂ, ਮਤਲਬ ਵੱਡੀਆਂ ਕਨਫੈਡਰੇਸ਼ਨ ਸਨ, ਵੱਡੇ ਵੱਡੇ ਸਿੱਖਾਂ ਦੇ ਗਰੁੱਪ ਸਨ, ਜਿਨ੍ਹਾਂ ਦੇ ਮਿਸਲਾਂ ਦੇ ਅੱਗੇ ਚੀਫ ਹੁੰਦੇ ਸਨ, ਜਥੇਦਾਰ ਕਹਿ ਲਓ ਜਾਂ ਚੀਫ ਕਹਿ ਲਓ ਜਾਂ ਲੀਡਰ ਕਹਿ ਲਓ। ਸੋ ਇੱਕ ਮਿਸਲ ਸੀ ਆਹਲੂਵਾਲੀਆ ਮਿਸਲ, ਜਿਸ ਦਾ ਸਰਦਾਰ ਜਰਨੈਲ ਸੀ ਨਵਾਬ ਜੱਸਾ ਸਿੰਘ ਆਹਲੂਵਾਲੀਆ। ਕਿਉਂਕਿ ਇਹ ਇੱਕ ਬੜਾ ਸਿਰਕੱਢ ਜਰਨੈਲ ਸੀ, ਸੋ ਸਾਰੀਆਂ 12 ਮਿਸਲਾਂ ਨੇ ਰਲ ਕੇ ਇਹ ਸੋਚਿਆ ਕਿ ਅਬਦਾਲੀ ਦੇ ਹਮਲੇ ਨੂੰ ਅਸੀਂ ਰੋਕਣ ਲਈ ਇਕੱਠੇ ਹੋਈਏ। ਅਲੱਗ-ਅਲੱਗ ਅਸੀਂ ਉਸ ਨੂੰ ਨਹੀਂ ਰੋਕ ਸਕਦੇ। ਉਸ ਦੇ ਕੋਲ ਬੜੀ ਵੱਡੀ ਫੌਜ ਹੈ, ਅਫਗਾਨਿਸਤਾਨ ਤੋਂ ਲੈ ਕੇ ਆਇਆ ਔਰ ਉਹ ਇਸ ਮੁਲਕ ਨੂੰ ਲੁੱਟ ਰਿਹਾ ਔਰ ਕਤਲੇਆਮ ਕਰ ਰਿਹਾ, ਸਾਡੇ ਧਰਮ ਸਥਾਨਾਂ ਦੀ ਬੇਅਦਬੀ ਕਰ ਰਿਹਾ। ਸੋ ਉਹਨਾਂ ਨੇ ਇੱਕ ਸੰਸਥਾ ਬਣਾਈ, ਉਸਦਾ ਨਾਂ ਸੀ ਦਲ ਖਾਲਸਾ। 12 ਮਿਸਲਾਂ ਤੋਂ ਬਣਿਆ ਦਲ ਖਾਲਸਾ, ਔਰ ਦਲ ਖਾਲਸਾ ਦਾ ਜਿਹੜਾ ਮੁਖੀ ਸੀ, ਉਹਦਾ ਚੀਫ ਸੀ ਜਾਂ ਕਮਾਂਡਰ ਕਹਿ ਲਓ, ਉਹ ਸੀ ਜਨਰਲ ਜੱਸਾ ਸਿੰਘ ਆਹਲੂਵਾਲੀਆ। ਇਸ ਨੂੰ ਬਣਾਇਆ। ਉਹ ਜਿਸ ਵਕਤ ਆਇਆ, ਉਸਨੇ ਅਬਦਾਲੀ ਨੂੰ ਟਾਕਰਾ ਦਿੱਤਾ। ਉਸ ਤੋਂ ਬਾਅਦ ਜੋ ਵੀ ਉਹ ਡੈਸੀਕ੍ਰੇਸ਼ਨ ਜਾਂ ਖਰਾਬੀ ਕਰਕੇ ਗਿਆ ਸੀ ਦਰਬਾਰ ਸਾਹਿਬ ਵਿੱਚ, ਉਸ ਨੂੰ ਉਹਨਾਂ ਨੇ ਰਿਪੇਅਰ ਕੀਤਾ, ਦੁਬਾਰਾ ਰੀਕਨਸਟਰਕਟ ਕੀਤਾ। ਔਰ ਉਸਨੇ ਉੱਥੇ ਲਾਹੌਰ ਵਿੱਚ, ਕਿਉਂਕਿ ਲਾਹੌਰ ਉਸ ਵੇਲੇ ਇਹਨਾਂ ਦੀ ਸਲਤਨਤ ਦਾ, ਸਿੱਖ ਸਲਤਨਤ ਦਾ ਹੈਡਕੁਆਰਟਰਸ ਕਹਿ ਲਓ ਜਾਂ ਕੈਪੀਟਲ ਕਹਿ ਲਓ, ਉਹ ਸੀ, ਅੰਮ੍ਰਿਤਸਰ ਨਹੀਂ ਸੀ। ਲਾਹੌਰ ਵਿੱਚ ਉਸਨੇ ਇੱਕ ਟਕਸਾਲ ਬਣਾਈ, ਮਿੰਟ ਜਿਸ ਨੂੰ ਅਸੀਂ ਕਹਿੰਦੇ ਹਾਂ, ਔਰ ਉਸ
ਟਕਸਾਲ ਦੇ ਵਿੱਚ ਆਹਲੂਵਾਲੀਆ ਨੇ 1761 ਵਿੱਚ ਸਭ ਤੋਂ ਪਹਿਲੀ ਵਾਰ ਇੱਕ ਕੋਇਨ ਬਣਾਈ ਤੇ ਫਿਰ ਉਸ ਤੋਂ ਬਾਅਦ 1765 ਤੋਂ ਅੱਗੇ ਲਗਾਤਾਰ ਉਹ ਬਣਦੀਆਂ ਰਹੀਆਂ ਨਵੀਆਂ ਹੋਰ ਕਿਸਮ ਦੀ। ਇੱਥੋਂ ਉਹਨਾਂ ਨੇ ਜਿਹੜੇ ਸਿੱਕੇ ਬਣਾਏ ਉਹਨਾਂ ਦਾ ਪਹਿਲੀ ਸੀਰੀਜ਼ ਸੀ, ਉਹਦਾ ਨਾਮ ਸੀ ਗੋਬਿੰਦ ਸ਼ਾਹੀ ਚਾਂਦੀ ਦੇ ਸਿੱਕੇ। ਇਹ 1765 ਤੋਂ ਸ਼ੁਰੂ ਹੋਏ ਲਾਹੌਰ। ਫਿਰ ਬਾਅਦ ਦੇ ਵਿੱਚ 1775 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਟਕਸਾਲ ਬਣੀ। ਅੰਮ੍ਰਿਤਸਰ ਵਾਲੀ ਟਕਸਾਲ ਜਿਹੜੀ ਸੀ ਉਸ ਦੇ ਵਿੱਚ ਗੋਬਿੰਦ ਸ਼ਾਹੀ ਵੀ ਔਰ ਹੋਰ ਵੀ ਜਿਹੜੇ ਸਿੱਕੇ ਤਾਂਬੇ ਦੇ ਸਨ ਜਾਂ ਦੂਸਰੇ ਆਮ ਵਰਤੋਂ ਚ ਆਉਣ ਵਾਲੇ ਉਹ ਬਣਨੇ ਸ਼ੁਰੂ ਹੋਏ। ਉਸੇ ਸਾਲ 1775 ਵਿੱਚ ਹੀ ਮੁਲਤਾਨ ਵੀ ਉਸ ਵਕਤ ਸਿੱਖ ਰਾਜ ਦਾ ਹਿੱਸਾ ਸੀਗਾ। ਇਹ ਸਿਆਲਕੋਟ ਮੁਲਤਾਨ ਉੱਪਰ ਤੱਕ ਸਾਰਾ ਇਹ ਉਹਨਾਂ ਦਾ ਹਿੱਸਾ ਸੀ। ਉੱਥੇ ਇੱਕ ਉਹਨਾਂ ਨੇ ਟਕਸਾਲ ਬਣਾਈ ਔਰ ਇਹ ਦੋਨੋਂ ਜਿਹੜੇ ਟਕਸਾਲਾਂ ਨੇ ਅੰਮ੍ਰਿਤਸਰ ਔਰ ਮੁਲਤਾਨ, ਇਹਨਾਂ ਤੋਂ ਨਾਨਕਸ਼ਾਹੀ ਸਿੱਕੇ ਵੀ ਬਣਨ ਲੱਗੇ। ਸੋ ਆਹਲੂਵਾਲੀਆ ਨੇ ਪਹਿਲੇ ਗੋਬਿੰਦ ਸ਼ਾਹੀ ਤੇ ਫਿਰ ਨਾਨਕਸ਼ਾਹੀ ਸਿੱਕੇ ਬਣਾਏ। ਉਸਨੇ ਕਿਧਰੇ ਵੀ ਆਪਣਾ ਨਾਂ ਨਹੀਂ ਲਿਖਿਆ, ਸਿਰਫ ਗੁਰੂ ਸਾਹਿਬ ਦੇ ਨਾਂ ਸੀ ਔਰ ਈਅਰ ਸੀ, ਉਸ ਸਿੱਕੇ ਦੀ ਵੈਲਿਊ ਸੀ, ਇਸ ਕਿਸਮ ਦੀ ਚੀਜ਼ਾਂ ਸੀ। ਇਹ ਮੈਂ ਤੁਹਾਨੂੰ ਦੋ ਸਿੱਕੇ ਦਿਖਾ ਰਿਹਾ। ਲੈਫਟ ਤੇ ਚਾਂਦੀ ਦਾ ਸਿੱਕਾ ਹੈ ਲਾਹੌਰ ਟਕਸਾਲ ਔਰ ਰਾਈਟ ਤੇ ਨਾਨਕਸ਼ਾਹੀ ਸਿੱਕਾ ਹੈ ਜਿਹੜਾ ਮੁਲਤਾਨ ਦੀ ਟਕਸਾਲ ਤੋਂ ਬਣਿਆ ਸੀਗਾ। ਇਹ ਤੁਸੀਂ ਦੇਖੋ ਵੀ ਇਹਨਾਂ ਦੇ ਉੱਤੇ ਪਰਸ਼ੀਅਨ ਲੈਂਗੁਏਜ ਦੇ ਵਿੱਚ ਲਿਖਿਆ ਹੈ। ਪਰਸ਼ੀਅਨ ਉਸ ਵਕਤ ਦੀ ਆਫੀਸ਼ੀਅਲ ਲੈਂਗੁਏਜ ਸੀ ਔਰ ਬੇਸ਼ੱਕ ਪੰਜਾਬੀ ਜਾਂ ਗੁਰਮੁਖੀ ਵੀ ਵਰਤੀ ਜਾਂਦੀ ਸੀ, ਥੋੜਾ ਬਹੁਤ ਹੋਰ ਵੀ ਲੈਂਗੁਏਜਸ ਸਨ, ਪਰ ਆਫੀਸ਼ੀਅਲੀ ਇਸ ਨੂੰ ਸਤਿਕਾਰ ਮਿਲਦਾ ਸੀ ਔਰ ਹਰ ਆਫੀਸ਼ੀਅਲ ਡਾਕੂਮੈਂਟ ਜਾਂ ਸਿੱਕੇ ਦੇ ਉੱਤੇ ਪਰਸ਼ੀਅਨ ਲਿਖੀ ਜਾਂਦੀ ਸੀ। ਔਰ ਇਹ ਮੈਂ ਨਹੀਂ ਲਿਖਿਆ ਇਹਦੀ ਡਿਟੇਲ, ਲੇਕਿਨ ਇਹਨਾਂ ਦੇ ਉੱਤੇ ਉਹਨਾਂ ਨੇ ਗੁਰੂ ਸਾਹਿਬ ਦੇ ਨੇਮਸ ਲਿਖੇ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਔਰ ਗੁਰੂ ਨਾਨਕ ਦੇਵ ਜੀ ਦੇ, ਔਰ ਉਹਨਾਂ ਦਾ ਜਿਹੜਾ ਲਾਈਫ ਦਾ ਪੀਰੀਅਡ ਸੀ ਉਹ ਲਿਖਿਆ, ਈਅਰ ਆਫ ਇਸ਼ੂ ਲਿਖਿਆ, ਇਹਨਾਂ ਦੀ ਵੈਲਿਊ ਲਿਖੀ ਹੈ ਔਰ ਕੋਈ ਨਾ ਕੋਈ ਸਿੱਖੀ ਦਾ ਨਿਸ਼ਾਨ ਰੱਖਿਆ। ਕਿਧਰੇ ਕਿਰਪਾਨ ਬਣੀ ਹੈ, ਕਿਧਰੇ ਨਿਸ਼ਾਨ ਸਾਹਿਬ ਹੈ, ਕਿਧਰੇ ਕੰਘਾ ਹੈ, ਕਿਧਰੇ ਕੜਾ ਹੈ। ਇਸ ਕਿਸਮ ਦੀਆਂ ਚੀਜ਼ਾਂ ਉਹਨਾਂ ਨੇ ਇੱਕ ਨਾ ਇੱਕ ਪਾਸੇ ਜਾਂ ਦੂਸਰੇ ਪਾਸੇ ਉਸ ਇਬਾਰਤ ਦੇ ਵਿਚਕਾਰ ਲਿਖਿਆ ਹੈ। ਹੁਣ ਨਵਾਬ ਜੱਸਾ ਸਿੰਘ ਨੇ ਜਿਸ ਸਮੇਂ ਦੱਸਿਆ 1783 ਤੱਕ ਉਸ ਦੀ ਲਾਈਫ ਸੀ। ਹੀ ਡਾਈਡ ਇਨ ਦਿਸ ਈਅਰ 1783। ਉਦੋਂ ਤੱਕ ਉਹ ਇਹ ਸਾਰੀਆਂ ਸਿੱਕੇ ਇਸ ਤਰ੍ਹਾਂ ਦੇ ਬਣਾਉਂਦਾ ਰਿਹਾ ਔਰ ਉਸਨੇ ਇੱਕ ਲਾਹੌਰ, ਦੂਸਰਾ ਅੰਮ੍ਰਿਤਸਰ, ਤੀਸਰਾ ਮੁਲਤਾਨ, 3 ਜਗ੍ਹਾ ਤੇ ਉਸਨੇ ਬੈਂਟਸ ਕਾਇਮ ਕੀਤੀਆਂ। ਔਰ ਨਾ ਸਿਰਫ ਰੂਟੀਨ ਵਾਲੇ ਬਲਕਿ ਉਸਨੇ ਸੋਨੇ ਦੀਆਂ ਮੋਹਰਾਂ ਵੀ ਜਾਰੀ ਕੀਤੀਆਂ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜੀ ਇਹ 2000 ਦਾ ਨੋਟ ਹੈ ਜਾਂ ਇਹ $100 ਦੀ ਇੱਕ ਕੋਇਨ ਹੈ, ਅਗਰ ਉਹਨਾਂ ਦੇ ਮੁਕਾਬਲੇ 'ਚ ਉਸਨੇ ਉਸ ਟਾਈਮ ਦੇ ਉੱਤੇ ਬੜੇ ਪ੍ਰੈਸ਼ੀਅਸ ਕੋਇਨਸ ਜਾਇਨ ਕੀਤੇ ਜਿਨ੍ਹਾਂ ਨੂੰ ਮੋਹਰਾਂ ਕਹਿੰਦੇ ਸਨ ਔਰ ਇਹ ਆਮ ਤੌਰ ਤੇ 10-11 ਗ੍ਰਾਮ ਦੇ ਮੋਹਰ ਹੁੰਦੀ ਸੀ, ਤਕਰੀਬਨ 1 ਤੋਲਾ। ਔਰ ਜੋ ਵੈਲਿਊ ਉਸ ਵਕਤ ਸੋਨੇ ਦੀ ਹੁੰਦੀ ਸੀ 1 ਤੋਲੇ ਦੀ, ਉਹਦੇ ਲਾਗੇ ਚਾਗੇ ਉਸ ਮੋਹਰ ਦੀ ਵੈਲਿਊ ਰੱਖੀ ਜਾਂਦੀ ਸੀ। ਉਹਦੇ ਨਾਲ ਇਹ ਹੁੰਦਾ ਸੀ ਕਿ ਲਾਰਜ ਅਮਾਊਂਟਸ ਦੀ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹ ਬੜੀਆਂ ਸੌਖੀਆਂ ਹੋ ਜਾਂਦੀਆਂ ਸੀ। ਪਰ ਇੱਕ ਉਹਨਾਂ ਨੇ ਖਾਸ ਗੱਲ ਹੋਰ ਇਹ ਕੀਤੀ ਕਿ ਇਹਨਾਂ ਸਿੱਕਿਆਂ ਦੇ ਉੱਤੇ ਪੱਤੇ ਜਿਹੜੇ ਨੇ, ਪੱਤਿਆਂ ਵਾਲੀਆਂ ਮੋਹਰਾਂ ਬਣਾਈਆਂ। ਇਹ ਇੱਕ ਸਿੱਖ ਰਾਜ ਦੀ ਖਾਸ ਗੱਲ ਹੈ ਜਿਹੜੀ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਉਹ ਨਾ ਕਦੀ ਉਸ ਤੋਂ ਪਹਿਲੇ ਨਾ ਕਦੀ ਉਸ ਤੋਂ ਬਾਅਦ ਕਿਸੇ ਗਵਰਨਮੈਂਟ ਨੇ, ਈਵਨ ਬ੍ਰਿਟਿਸ਼ ਗਵਰਨਮੈਂਟ ਨੇ, ਕੋਈ ਲੀਫ ਜਾਂ ਵੈਜੀਟੇਸ਼ਨ ਜਾਂ ਟਰੀਜ਼ ਇਹਨਾਂ ਦੇ ਬਾਰੇ ਕਦੀ ਨਹੀਂ ਸੋਚਿਆ ਜਿਹੜਾ ਸਿੱਖਾਂ ਨੇ ਸੋਚਿਆ। ਇਹ ਕਿਉਂ ਸੋਚਿਆ ਇਹ ਵੀ ਮੈਂ ਦੱਸਦਾ।
ਸੋ ਇਹ ਜਿਹੜੇ ਕੰਮ ਸੀ ਉਹਨਾਂ ਦੀ ਡੈਥ ਤੋਂ ਬਾਅਦ 1783 ਤੋਂ ਬਾਅਦ ਮਿਸਲਾ ਨੇ ਇਸ ਨੂੰ ਅੱਗੇ ਚਲਾਇਆ। ਮਿਸਲਾ ਨੇ ਰਲ ਕੇ ਇਸ ਕੰਮ ਨੂੰ ਅੱਗੇ ਚਲਾਇਆ ਔਰ 1786 ਤੋਂ 3 ਸਾਲ ਬਾਅਦ ਉਹਨਾਂ ਨੇ ਇਹ ਹੋਰ ਚਾਂਦੀ ਤਾਂਬੇ ਦੇ ਸਿੱਕੇ ਮਿਸਲਾ ਨੇ ਬਣਾ ਕੇ ਤੇ ਉਹਨਾਂ ਨੂੰ ਸਰਕੂਲੇਟ ਕੀਤਾ। 1788 ਵਿੱਚ ਯਾਨੀ ਆਹਲੂਵਾਲੀਆ ਦੀ ਡੈਥ ਤੋਂ 5 ਸਾਲ ਬਾਅਦ ਹਿੰਦੁਸਤਾਨ 'ਚ ਇੱਕ ਬੜਾ ਵੱਡਾ ਫੈਮਿਨ ਆਇਆ ਸੀ, ਅਕਾਲ ਪੈ ਗਿਆ ਸੀ, ਸੋਕਾ ਪੈ ਗਿਆ ਸੀ, ਪਾਣੀ ਨਹੀਂ ਸੀ, ਫਸਲਾਂ ਬਰਬਾਦ ਹੋ ਗਈਆਂ। ਉਸ ਵਕਤ ਲੋਕਾਂ ਦਾ ਧਿਆਨ ਇਸ ਪਾਸੇ ਫੋਕਸ ਕਰਨ ਲਈ ਕਿ ਤੁਸੀਂ ਪਾਣੀ ਨੂੰ ਧਿਆਨ ਨਾਲ ਵਰਤੋ, ਆਪਣੇ ਚਾਰੇ ਹਰਿਆਵਲ ਵਧਾਓ, ਫਸਲਾਂ ਨੂੰ ਉਹ ਬਣਾਓ ਜਿਹੜੀਆਂ ਕਿ ਘੱਟ ਪਾਣੀ ਮੰਗਦੀਆਂ ਨੇ। ਇਹ ਸਾਰੇ ਗੱਲਾਂ ਉਸ ਵਕਤ ਸਿੱਖ ਰਾਜ ਦੇ ਜਿਹੜੇ ਮੋਢੀ ਸਨ, ਚੀਫ ਸੀ ਇਹਨਾਂ ਮਿਸਲਾਂ ਦੇ, ਉਹਨਾਂ ਨੇ ਲੋਕਾਂ ਦੇ ਵਿੱਚ ਇਹ ਗੱਲਾਂ ਸਮਝਾਈਆਂ ਜਿਹੜੀਆਂ ਕਿ ਅੱਜ ਵੀ ਰੈਲੇਵੈਂਟ ਹੈ। ਔਰ ਉਸ ਵਕਤ ਜਿਹੜੀਆਂ ਮਿਸਲਾਂ ਵੱਲੋਂ ਸਿੱਕੇ ਜਾਰੀ ਕੀਤੇ ਗਏ ਤੇ ਪੱਤੇ ਬਣਾਏ। तो अमृतसर टकसाल ने 1849 तक जब तक के सिख राज खत्म नहीं होया, ये उस वेले तक पत्तियां वालियां उन्होंने सिक्के बनाए। इस तो बाद महाराजा रणजीत सिंह का वक्त आता है, जिन्हों का जन्म 1780 च होया और 59 ईयर्स की एज से 1839 ਵਿੱਚ ਉਹਨਾਂ ਦੀ ਡੈਥ ਹੋਈ ਔਰ 1849 ਤੱਕ ਯਾਨੀ ਉਹਨਾਂ ਦੀ ਡੈਥ ਤੋਂ 10 ਸਾਲ ਬਾਅਦ ਤੱਕ ਸਿੱਖ ਰਾਜ ਰਿਹਾ। 1849 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਧੋਖੇ ਨਾਲ ਜਿਹੜੀ ਸੈਕੰਡ ਐਂਗਲੋ ਸਿੱਖ ਵਾਰ ਸੀ ਉਸ ਵਿੱਚ ਸਿੱਖਾਂ ਨੂੰ ਹਰਾਇਆ। ਲੜਾਈ ਦੇ ਮੈਦਾਨ ਵਿੱਚ ਤਾਂ ਖੈਰ ਨਹੀਂ ਸੀ ਹਰਾ ਸਕੇ, ਲੇਕਿਨ ਜਿਹੜੇ ਦੂਜੇ ਤਰੀਕੇ ਹਨ ਧੋਖੇਬਾਜ਼ੀ, ਉਹਦੇ ਨਾਲ ਉਹਨਾਂ ਨੇ ਸਿੱਖਾਂ ਨੂੰ ਹਰਾ ਕੇ ਉਸ ਵਕਤ ਪੰਜਾਬ ਵਿੱਚੋਂ ਸਿੱਖ ਰਾਜ ਦਾ ਸੂਰਜ ਅਸਤ ਹੋ ਗਿਆ। ਔਰ ਇਹਨਾਂ ਸਾਰੀਆਂ ਮਿਸਲਾਂ ਨੇ 1801 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਉਸ ਦੀ ਜਿਹੜੀ ਲੀਡਰਸ਼ਿਪ ਸੀ ਉਹਦੇ ਅੰਡਰ ਇਕੱਠੇ ਹੋ ਕੇ ਨਵੇਂ ਸਿੱਕੇ ਜਾਰੀ ਕੀਤੇ। ਹੁਣ ਇਹਨਾਂ 'ਚ ਮੈਂ ਤੁਹਾਨੂੰ ਲੈਫਟ 'ਚ ਮੈਂ ਲਿਖਿਆ ਬੇਰ ਸ਼ਾਹੀ ਸਿੱਕਾ। ਇਹ ਬੇਰ ਸ਼ਾਹੀ ਸਿੱਕੇ ਦੀ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਤਰ੍ਹਾਂ ਉਹਨੂੰ ਖਿਆਲ ਆਇਆ। ਤੁਸੀਂ ਦੇਖੋ ਇਹਦੇ ਸੈਂਟਰ ਦੇ ਵਿੱਚ ਇੱਕ ਬੇਰ ਦਾ ਦਰਖਤ ਵਰਗਾ ਨਿਸ਼ਾਨ ਹੈ। ਇਹ ਬੇਰ ਦਾ ਖਿਆਲ ਉਸ ਨੂੰ ਇਸ ਤਰ੍ਹਾਂ ਹੈ ਕਿ ਦੁੱਖ ਭੰਜਨੀ ਬੇਰੀ ਤੇ ਇੱਕ ਵਾਰੀ ਕਹਿੰਦੇ ਨੇ ਕਿ ਮਹਾਰਾਜਾ ਗਿਆ ਤੇ ਉਸਨੇ ਮੱਥਾ ਟੇਕਿਆ ਤੇ ਉਹਨੇ ਕਿਹਾ ਕਿ ਇਸ ਦੁੱਖ ਭੰਜਨੀ ਬੇਰੀ ਜਿੱਥੋਂ ਲੋਕਾਂ ਦੇ ਦੁੱਖ ਦੂਰ ਹੁੰਦੇ ਨੇ, ਇਸ ਦੀ ਯਾਦ ਵਿੱਚ ਮੈਂ ਇੱਕ ਸਿੱਕਾ ਬਣਾਵਾਂਗਾ। ਇਹ ਸਿੱਕਾ ਉਦੋਂ 1804 ਵਿੱਚ ਉਸਨੇ ਬਣਾਇਆ। ਉਸ ਤੋਂ ਪਹਿਲੇ ਉਸਨੇ, ਜਿੱਦਾਂ ਮੈਂ ਪਹਿਲੇ ਵੀ ਕਿਹਾ ਸੀ, ਕਿ ਖਾਲਸਾਈ ਨਿਸ਼ਾਨ ਵਾਲੇ ਕਈ ਸਿੱਕੇ ਜਾਰੀ ਕੀਤੇ ਔਰ ਇੱਕ ਸਿੱਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਔਨ ਦੀ ਰਾਈਟ ਸਾਈਡ ਇੱਕ ਕੰਘਾ ਵੀ ਬਣਿਆ ਹੋਇਆ ਔਰ ਉੱਪਰ ਇੱਕ ਤਲਵਾਰ ਹੈ। ਸੋ ਇਹ ਕਿਰਪਾਨ ਤੇ ਕੰਘਾ ਇਸ ਸਾਈਡ ਤੇ ਹੈ, ਕੜਾ ਇਹਦੇ ਦੂਜੇ ਪਾਸੇ ਹੈ। ਸੋ ਇਹ ਉਸਨੇ ਖਾਲਸਾਈ ਨਿਸ਼ਾਨ ਦੇ ਸਿੱਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸ਼ਰਧਾ ਵਜੋਂ ਉਹਨੇ ਬਣਾਏ। ਦੂਸਰੇ ਪਾਸੇ ਨਿਸ਼ਾਨ ਸਾਹਿਬ ਦਾ ਵੀ ਹੈ। ਹੁਣ ਮੈਂ ਇੱਕ ਇੰਟਰਸਟਿੰਗ ਜਿਹੀ ਡਾਇਵਰਸ਼ਨ ਕਰਨ ਲੱਗਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸ਼ਾਹਜਹਾਂ ਜਿਹੜਾ ਸੀ ਉਸਨੇ ਆਪਣੀ ਬੇਗਮ ਨੂਰ ਜਹਾਂ ਦੇ ਨਾਂ ਤੇ ਇੱਕ ਸਿੱਕਾ ਜਾਰੀ ਕੀਤਾ ਜਿਸ ਨੂੰ ਲੋਕਾਂ ਨੇ ਮਜ਼ਾਕ ਉਡਾਇਆ ਔਰ ਬਾਅਦ ਚੋਂ ਬੰਦ ਹੋ ਗਿਆ। ਲੋਕਾਂ ਨੇ ਉਸ ਵਕਤ ਇਹ ਕਿਹਾ ਵੀ ਹਾਂ ਦੇਖੋ ਜੀ, ਬਾਦਸ਼ਾਹ ਸਲਾਮਤ ਦੂਜੇ ਪਾਸੇ ਦੇਖ ਰਹੇ ਨੇ, ਬੇਗਮ ਉਹਨਾਂ ਦੇ ਉਲਟ ਕਿਸੇ ਹੋਰ ਪਾਸੇ ਦੇਖ ਰਹੀ ਹੈ। ਖੈਰ, ਹੁਣ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਵੀ ਇੱਦਾਂ ਦਾ ਇੱਕ ਕਿੱਸਾ ਹੋ ਗਿਆ। ਉਸਨੇ ਇੱਕ ਮੋਹਰਾਂ ਸ਼ਾਹੀ ਸਿੱਕਾ ਬਣਾਇਆ 1805 ਵਿੱਚ।
जिसनों बाद च अकाल तख्त साहब ने मंजूर नहीं किया। होया ये कि 1802 महाराजा रणजीत सिंह ने एक अनोखी शादी की। वो कश्मीर गया सी, उत्थे उन्हें ਉਹਦੇ ऑनर ਵਿੱਚ ਨੈਚੁਰਲੀ ਕੋਈ ਡਾਂਸ ਪਾਰਟੀ ਆਈ ਹੋਏਗੀ, ਉਸਨੇ ਡਾਂਸ ਕੀਤਾ ਔਰ ਉਸ ਡਾਂਸ ਦੇ ਵਿੱਚ ਇੱਕ ਕਸ਼ਮੀਰੀ ਮੁਸਲਮਾਨ ਲੜਕੀ ਸੀ ਜਿਸਨੇ ਮੋਰ ਦੀ ਤਰ੍ਹਾਂ ਡਾਂਸ ਕਰਕੇ ਦਿਖਾਇਆ। ਸੋ ਉਹ ਜਿਹੜਾ ਨਾਚ ਮੋਰ ਵਰਗਾ ਦਿਖਾਇਆ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਚੰਗਾ ਲੱਗਾ। ਤਾਂ ਉਸਨੇ ਉਸ ਲੜਕੀ ਨੂੰ ਕਿਹਾ ਕਿ ਮੈਂ ਤੈਨੂੰ ਲਾਹੌਰ ਲੈ ਜਾਣਾ। ਤਾਂ ਉਸਦੇ ਮਾਂ-ਬਾਪ ਨੇ ਕਿਹਾ ਵੀ ਨਹੀਂ, ਅਗਰ ਤੁਸੀਂ ਇਸ ਨੂੰ ਨਾਲ ਲਿਜਾਣਾ ਚਾਹੁੰਦੇ ਹੋ ਤਾਂ ਫਿਰ ਇਸ ਨਾਲ ਸ਼ਾਦੀ ਕਰੋ, ਇੱਦਾਂ ਨਹੀਂ ਅਸੀਂ ਜਾਣ ਦਿਆਂਗੇ। ਤਾਂ ਮਹਾਰਾਜਾ ਨੇ ਕਿਹਾ ਠੀਕ ਹੈ, ਮੈਂ ਉਸ ਨਾਲ ਸ਼ਾਦੀ ਕਰ ਲਾਂਗਾ। ਉਸ ਦੇ ਨਾਲ ਇਹ ਅਜੀਬ ਕਿਸਮ ਦੀ ਇੱਕ ਸ਼ਾਦੀ ਹੋ ਗਈ ਔਰ ਉਸ ਲੜਕੀ ਦਾ ਨਾਂ ਕਿਸੇ ਨੂੰ ਨਹੀਂ ਪਤਾ ਕਿ ਕੀ ਹੈ, ਲੇਕਿਨ ਉਹ ਚੂੰਕਿ ਮੋਰ ਵਾਂਗ ਨੱਚਦੀ ਸੀ ਇਸ ਕਰਕੇ ਮਹਾਰਾਜਾ ਨੇ ਉਹਦਾ ਨਾਂ ਰੱਖਿਆ ਮੋਰਾ। ਔਰ ਚੂੰਕਿ ਉਹਦੇ ਨਾਲ ਉਹਦੀ ਸ਼ਾਦੀ ਹੋ ਗਈ ਸੀ ਇਸ ਕਰਕੇ ਉਹਦਾ ਨਾਂ ਰੱਖਿਆ ਮੋਹਰਾ ਸਰਕਾਰ। ਸੋ ਉਹਦੀ ਔਨਰ ਵਿੱਚ 1805 ਵਿੱਚ ਯਾਨੀ 3 ਸਾਲ ਸ਼ਾਦੀ ਤੋਂ ਬਾਅਦ ਉਸਨੇ ਇੱਕ ਸਿੱਕਾ ਜਾਰੀ ਕੀਤਾ ਜਿਹਦਾ ਨਾਂ ਸੀ ਮੋਹਰਾ ਸ਼ਾਹੀ ਸਿੱਕਾ। ਔਰ ਇਹ ਉਸਨੇ ਚਾਂਦੀ ਔਰ ਸੋਨੇ ਦੇ ਸਿੱਕੇ ਚਲਾਏ। ਉਹਨੇ ਕਿਹਾ ਕਾਪਰ ਦਾ ਮੈਂ ਨਹੀਂ ਬਣਾਉਣਾ ਕਿਉਂਕਿ ਬਹੁਤ ਖਾਸ ਸੀ। ਤੇ ਉਹਦੇ ਉੱਤੇ ਉਸਨੇ ਮੋਹਰਾ ਸ਼ਾਹੀ ਸਿੱਕਿਆਂ ਦੇ ਉੱਤੇ ਮੋਰ ਦੇ ਪੰਖ ਬਣਾਏ। ਸੋ ਇਹ ਇੱਕ ਇਤਿਹਾਸਿਕ ਘਟਨਾ ਹੈ ਜਿਸ ਦੇ ਉੱਤੇ ਜਿੱਦਾਂ ਨੂਰ ਜਹਾਂ ਦੇ ਸਿੱਕੇ ਦੇ ਉੱਤੇ ਲੋਕਾਂ ਨੇ ਕਟਾਕਸ਼ ਕੀਤਾ, ਰਿਡੀਕਿਊਲ ਕੀਤਾ, ਇਸੇ ਤਰ੍ਹਾਂ ਇਸ ਸਿੱਕੇ ਦੇ ਉੱਤੇ ਵੀ ਉਸ ਦਾ ਬੜਾ ਕ੍ਰਿਟਿਸਿਜ਼ਮ ਹੋਇਆ। ਔਰ ਅਕਾਲ ਤਖਤ ਸਾਹਿਬ ਵਿੱਚ ਦਰਬਾਰ ਸਾਹਿਬ ਵਿੱਚ ਜਦੋਂ ਇਹ ਸਿੱਕੇ ਚੜਾਵੇ ਦੇ ਵਿੱਚ ਪਾਏ ਗਏ, ਜਿਸ ਤਰ੍ਹਾਂ ਜਦੋਂ ਵੀ ਮਹਾਰਾਜੇ ਜਾਂਦੇ ਸਨ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਉਹ ਉੱਥੇ ਸਿੱਕੇ ਗੁਰੂ ਸਾਹਿਬ ਦੇ ਸਾਹਮਣੇ ਚੜਾਉਂਦੇ ਸਨ ਭੇਟਾ ਵਜੋਂ। ਜਿਸ ਉਸ ਵਕਤ ਜਿਹੜੇ ਜਥੇਦਾਰ ਸਨ ਫੂਲਾ ਸਿੰਘ ਜੀ, ਜਰਨੈਲ ਫੂਲਾ ਸਿੰਘ ਜੀ, ਉਹਨਾਂ ਨੂੰ ਜਿਸ ਪਤਾ ਲੱਗਾ ਵੀ ਇਹ 'ਚ ਮੋਹਰਾ ਸ਼ਾਹੀ ਸਿੱਕੇ ਵੀ ਹੈਗੇ ਨੇ ਇਸ ਚੜਾਵੇ ਦੇ ਵਿੱਚ, ਉਹਨਾਂ ਨੇ ਉਹ ਸਿੱਕੇ ਕੱਢ ਕੇ ਮਹਾਰਾਜਾ ਨੂੰ ਵਾਪਸ ਕਰਤੇ। ਉਹਨਾਂ ਨੇ ਕਿਹਾ ਇਹ ਇਸ ਨੂੰ ਅਸੈਪਟ ਨਹੀਂ ਕਰਦੇ, ਇਹ ਤੁਸੀਂ ਕੁਝ ਗੈਰ ਇਖਲਾਕੀ ਕੰਮ ਕੀਤਾ, ਵੀ ਡੋਂਟ ਅਸੈਪਟ ਦਿਸ। ਔਰ ਉਸ ਤੋਂ ਬਾਅਦ ਅਕਾਲੀ ਫੂਲਾ ਸਿੰਘ ਉਹਨਾਂ ਦਾ ਨਾਂ ਸੀ, ਹੀ ਵਾਜ਼ ਅ ਗ੍ਰੇਟ ਜਨਰਲ ਆਫ ਦੀ ਮਹਾਰਾਜਾ ਹਿਮਸੈਲਫ। ਪਹਿਲੇ ਉਹਨਾਂ ਦੇ ਕੋਲ ਜਨਰਲ ਰਹੇ ਸਨ, ਉੱਥੋਂ ਰਿਟਾਇਰਮੈਂਟ ਤੋਂ ਬਾਅਦ ਉਹ ਫਿਰ ਅਕਾਲ ਤਖਤ ਦੇ ਚੀਫ ਜਾਂ ਜਥੇਦਾਰ ਵੀ ਬਣੇ, ਬੜੇ ਸਾਲ ਰਹੇ। ਉਹ ਸ਼ਖਸ ਇਤਨੇ ਬਹਾਦਰ ਔਰ ਨਿਡਰ ਸੀ ਕਿ ਉਹਨਾਂ ਨੇ ਸਿੱਧੇ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਯੂ ਹੈਵ ਡਨ ਸਮਥਿੰਗ ਰੌਂਗ ਵਿਚ ਵੀ ਡੋਂਟ ਅਸੈਪਟ, ਤੁਹਾਨੂੰ ਇਹਦੀ ਸਜ਼ਾ ਮਿਲੇਗੀ। ਔਰ ਉਸਨੂੰ ਉੱਥੇ ਤਨਖਾਹ ਕਿਹਾ ਜਾਂਦਾ ਹੈ, ਮਤਲਬ ਵੀ ਤੁਹਾਨੂੰ ਇੱਕ ਪਨਿਸ਼ਮੈਂਟ ਮਿਲੇਗੀ। ਸੋ ਜਿਸ ਤਰ੍ਹਾਂ ਮੈਂ ਜਦੋਂ ਅਕਾਲ ਤਖਤ ਦੇ ਬਾਰੇ ਤੁਹਾਡੇ ਨਾਲ ਗੱਲ ਕੀਤੀ ਸੀ, ਤੁਹਾਨੂੰ ਦੱਸਿਆ ਸੀ ਕਿ ਉਹਨਾਂ ਨੇ ਇੱਕ ਇਹਨਾਂ ਨੂੰ ਪਨਿਸ਼ਮੈਂਟ ਤਨਖਾਹ ਇੱਕ ਅਨਾਉਂਸ ਕੀਤੀ ਕਿ ਮਹਾਰਾਜੇ ਨੂੰ ਦਰਬਾਰ ਸਾਹਿਬ ਦੇ ਬੁਲਾ ਕੇ ਅਕਾਲ ਤਖਤ ਦੇ ਸਾਹਮਣੇ ਕਿਹਾ ਗਿਆ ਕਿ ਤੁਸੀਂ ਆਪਣੀ ਪਿੱਠ ਤੋਂ ਆਪਣਾ ਸ਼ਰਟ ਉੱਪਰ ਕਰੋ ਔਰ ਤੁਹਾਡੀ ਪਿੱਠ ਤੇ ਕੋੜੇ ਮਾਰੇ ਜਾਣਗੇ। ਸੋ ਮਹਾਰਾਜੇ ਨੇ ਉਸ ਨੂੰ ਬਿਲਕੁਲ ਇਨਕਾਰ ਨਹੀਂ ਕੀਤਾ, ਆਪਣੇ ਆਪ ਨੂੰ ਸਬਮਿਟ ਕੀਤਾ ਔਰ ਉਸਨੇ ਆਪਣੀ ਪਿੱਠ ਦੇ ਉੱਤੋਂ ਆਪਣਾ ਕਮੀਜ਼ ਉੱਪਰ ਕੀਤਾ, ਰੈਡੀ ਟੂ ਬੀ ਬੀਟਨ। ਪਰ ਜਿਹੜੀ ਸਿੱਖ ਸੰਗਤ ਸੀ ਉਸ ਵਕਤ, ਉਹਨਾਂ ਸਾਰਿਆਂ ਨੇ ਇਹ ਕਿਹਾ ਵੀ ਨਹੀਂ, ਕੋਈ ਗੱਲ ਨਹੀਂ, ਤੁਸੀਂ ਇਸ ਨੂੰ ਮਾਫ ਕਰ ਦਿਓ, ਇਸ ਨੂੰ ਕੋਈ ਹੋਰ ਪਨਿਸ਼ਮੈਂਟ ਦੇ ਦਿਓ। ਇਹ ਮਹਾਰਾਜਾ ਹੈ ਇਸ ਵੇਲੇ ਨਾਰਥ ਵੈਸਟਰਨ ਇੰਡੀਆ ਦਾ, ਇਹਨੂੰ ਇਸ ਤਰ੍ਹਾਂ ਪਨਿਸ਼ ਨਾ ਕਰੋ, ਇਹ ਜਲੀਲ ਹੁੰਦਾ। ਖੈਰ ਉਹ ਪਨਿਸ਼ਮੈਂਟ ਜਿਹੜੀ ਸੀ ਉਹਨਾਂ ਨੇ ਕਮਿਊਟ ਕਰਤੀ ਔਰ ਉਸਨੂੰ ਕੁਝ ਹੋਰ ਕਿਸਮ ਦੀਆਂ ਕਈ ਕਿਸਮ ਦੀਆਂ ਸਜ਼ਾਵਾਂ ਦਿੱਤੀਆਂ, ਪਰ ਫਿਜ਼ੀਕਲ ਉਸ ਦੇ ਉੱਤੇ ਹਮਲਾ ਨਹੀਂ ਹੋਇਆ। ਉਸ ਤੋਂ ਬਾਅਦ ਮਹਾਰਾਜੇ ਨੇ ਉਹ ਜਿਹੜੀ ਸਿੱਕੇ ਸਨ ਉਹ ਵਿਡਰਾਅ ਕਰ ਲਏ, ਜਿੱਦਾਂ ਸ਼ਾਹਜਹਾਂ ਨੇ ਵਿਡਰਾਅ ਕੀਤੇ ਸੀ ਨੂਰ ਜਹਾਂ ਦੇ। ਮਹਾਰਾਜਾ ਰਣਜੀਤ ਸਿੰਘ ਨੇ ਇਹ ਜਿਹੜੇ ਮੋਹਰਾ ਸ਼ਾਹੀ ਸਿੱਕੇ ਸਨ ਇਹ ਵੀ ਵਿਡਰਾਅ ਹੋ ਗਏ
और सर्कुलेशन ਦੇ ਵਿੱਚ ਫਿਰ ਨਹੀਂ ਰਹੇ। ਹਾਂ ਇਹ ਹੈ ਕਿ ਲਾਹੌਰ ਵਿੱਚ ਇੱਕ ਮਿਊਜ਼ੀਅਮ ਹੈ ਅੱਜ ਵੀ, ਉਹਦਾ ਨਾਮ ਹੈ ਲਾਹੌਰ ਸਿੱਖ ਮਿਊਜ਼ੀਅਮ। ਉਸ ਮਿਊਜ਼ੀਅਮ ਵਿੱਚ ਇਹ ਕੁਝ ਸਿੱਕੇ ਪ੍ਰੀਜ਼ਰਵ ਕੀਤੇ ਗਏ ਨੇ, ਕਿਉਂਕਿ ਹਿਸਟੋਰਿਕ ਵੈਲਿਊ ਹੈ ਤੇ ਮਿਊਜ਼ੀਅਮਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਰੱਖਿਆ ਜਾਂਦਾ। ਇਹ ਉਸ ਮਿਊਜ਼ੀਅਮ ਤੋਂ ਇੱਕ ਲਈ ਗਈ ਤਸਵੀਰ ਹੈ ਜਿਸ ਵਿੱਚ ਲੈਫਟ ਤੇ ਤੁਸੀਂ ਦੇਖ ਸਕਦੇ ਹੋ ਕਿ ਉਹ ਮੁਸਲਿਮ ਕਸ਼ਮੀਰੀ ਲੜਕੀ ਦੀ ਫੋਟੋ ਹੈ, ਰਾਈਟ ਦੇ ਉੱਤੇ ਪਰਸ਼ੀਅਨ ਦੇ ਵਿੱਚ ਇਹ ਹੈ। ਔਰ ਤੁਸੀਂ ਇੱਥੇ ਕਿਤੇ ਕਿਧਰੇ ਮੋਰ ਦੇ ਪੰਖ ਵੀ ਨਜ਼ਰ ਆਉਂਦੇ ਨੇ ਤੇ ਇਹ ਸਿੱਕਾ ਫਿਰ ਬਾਅਦ ਦੇ ਵਿੱਚ ਵਿਡਰਾ ਹੋ ਗਿਆ। ਇਸ ਤੋਂ ਬਾਅਦ ਮਹਾਰਾਜੇ ਨੇ ਨਵੇਂ ਹੋਰ ਸਿੱਕੇ ਬਣਾਏ 1805-6 ਦੇ ਦੌਰਾਨ। ਇੱਕ ਤਾਂ ਉਹਨੇ ਬੇਰਸ਼ਾਹੀ ਸਿੱਕੇ, ਜਿਸ ਤਰ੍ਹਾਂ ਲੈਫਟ ਦੇ ਵਿੱਚ ਦੇਖ ਰਹੇ ਹੋ, ਪਹਿਲੇ ਇਹ ਸਿਲਵਰ ਦੇ ਸੀ, ਫਿਰ ਬਾਅਦ ਗੋਲਡ ਦੇ ਵੀ ਬਣੇ, ਸੋਨੇ ਦੇ ਵੀ ਬਣੇ। ਤੁਸੀਂ ਦੇਖੋ ਰਾਈਟ ਦੇ ਉੱਤੇ ਬੇਰ ਦੇ ਦਰਖਤ ਦਾ ਪੱਤੇ ਨੇ, ਲੈਫਟ ਦੇ ਉੱਤੇ ਬੇਰੀ ਬਣੀ ਹੈ। ਸੋ ਇੱਕ ਕਿਸਮ ਦੇ ਨਾਲ, ਹਾਲਾਂਕਿ ਉਸ ਵਕਤ ਤੱਕ ਜਿਹੜਾ ਫੈਮਿਨ ਸੀ ਉਹ ਖਤਮ ਹੋ ਚੁੱਕਾ ਸੀ, ਲੇਕਿਨ ਮਹਾਰਾਜੇ ਨੇ ਇਸ ਗੱਲ ਨੂੰ ਸਮਝਿਆ ਕਿ ਗ੍ਰੀਨਰੀ ਔਰ ਜਿਹੜੀ ਹਰਿਆਵਲ ਹੈ ਜਾਂ ਖੇਤੀ ਹੈ ਜਾਂ ਦਰਖਤਾਂ ਦੀ ਕਿੰਨੀ ਸਿਗਨੀਫਿਕੈਂਸ ਹੈ। ਔਰ ਜਿਸ ਤਰ੍ਹਾਂ ਮੈਂ ਇੱਕ ਵਾਰੀ ਪਹਿਲੇ ਵੀ ਗੱਲ ਕੀਤੀ ਸੀ ਕਿ ਟਰੀਜ਼ ਔਰ ਫਲਾਵਰਸ ਦਾ ਗੁਰਬਾਣੀ 'ਚ ਵੀ ਬੜਾ ਜ਼ਿਕਰ ਆਉਂਦਾ। ਸੋ ਇਸ ਗੱਲ ਨੂੰ ਰਿਕੋਗਨਾਈਜ਼ ਕਰਕੇ ਇਹਨਾਂ ਸਿੱਕਿਆਂ ਦੇ ਉੱਤੇ ਪੱਤਿਆਂ ਦੀਆਂ ਤਸਵੀਰਾਂ ਆਈਆਂ। ਇੱਕ ਪਾਸੇ ਪੱਤੇ ਸਨ, ਦੂਸਰੇ ਪਾਸੇ ਸਿੱਖੀ ਨਿਸ਼ਾਨ, ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਕਿਰਪਾਨ, ਖੰਡਾ, ਇਸ ਤਰ੍ਹਾਂ ਦੀ ਚੀਜ਼ਾਂ। ਕੁਛ ਚਿਰ ਬਾਅਦ ਜਿਸ ਵਕਤ ਟ੍ਰੇਡ ਔਰ ਕਾਮਰਸ ਦੇ ਵਾਸਤੇ ਪੈਸੇ ਦੀ ਬੜੀ ਲੋੜ ਪੈਂਦੀ ਸੀ ਤੇ ਹਿਊਜ ਅਮਾਊਂਟਸ ਅਫਗਾਨਿਸਤਾਨ ਤੋਂ ਸਮਾਨ ਆਉਂਦਾ ਸੀ, ਈਰਾਨ ਤੋਂ ਸਮਾਨ ਆਉਂਦਾ ਸੀ, ਇੱਥੋਂ ਉੱਧਰ ਜਾਂਦਾ ਸੀ, ਤਾਂ ਉਹਨਾਂ ਨੂੰ ਜ਼ਿਆਦਾ ਮਹਿੰਗੇ ਸਿੱਕਿਆਂ ਦੀ ਲੋੜ ਪੈਂਦੀ ਸੀ, ਕਿਉਂਕਿ ਛੋਟੇ ਛੋਟੇ ਸਿੱਕੇ ਸੋਨੇ ਦੇ ਲਿਜਾਣ ਨਾਲ ਜ਼ਿਆਦਾ ਨੰਬਰ ਵਿੱਚ ਉਹਨਾਂ ਨੂੰ ਚੁੱਕਣਾ ਪੈਂਦਾ ਸੀ, ਭਾਰ ਹੋ ਜਾਂਦਾ ਸੀ। ਸੋ ਉਹਨਾਂ ਨੇ ਕੀ ਕੀਤਾ ਕਿ ਲੋਕੇਟਸ ਬਣਾਉਣੇ ਸ਼ੁਰੂ ਕੀਤੇ। ਜੇ ਕੋਈ ਬੰਦਾ ਚੰਗਾ ਕੰਮ ਕਰਦਾ ਸੀ, ਜਿਸ ਤਰ੍ਹਾਂ ਸਿੱਖੀਜ਼ਮ ਵਾਸਤੇ ਜਾਂ ਮਹਾਰਾਜੇ ਦੀ ਹਕੂਮਤ ਵਾਸਤੇ ਜਾਂ ਹੋਰ ਕੋਈ ਮੋਰਲੀ ਅੱਛਾ ਕੰਮ ਕਰਦਾ ਸੀ, ਤਾਂ ਉਸ ਨੂੰ ਇੱਕ ਇਨਾਮ ਦੇ ਤੌਰ ਤੇ ਲੋਕੇਟ ਦਿੱਤਾ ਜਾਂਦਾ ਸੀ ਐਜ਼ ਅ ਪ੍ਰਾਈਜ਼। ਇਹ ਇੱਕ ਵੱਡੀ ਮੋਹਰ ਸੀ, ਇਹਦੇ ਉੱਤੇ ਵੀ ਪੱਤਾ ਬਣਿਆ ਹੋਇਆ ਸੀ। ਔਰ ਤੁਸੀਂ ਇਸ ਤਸਵੀਰ 'ਚ ਦੇਖੋ, ਇਹਦੇ ਵਿੱਚ ਇਹਦੇ ਨਾਲ ਦੋ ਰਿੰਗ ਲੱਗੇ ਹੋਏ ਨੇ ਗੋਲਡਨ ਉੱਪਰ। ਇਹਨਾਂ ਰਿੰਗਸ ਦੇ ਵਿੱਚੋਂ ਦੀ ਇੱਕ ਸੋਨੇ ਦੀ ਯਾਨੀ ਚੇਨ ਨਗਾ ਕੇ ਔਰ ਉਸ ਦੇ ਨਾਲ ਇਹਨੂੰ ਗਲੇ 'ਚ ਪਾਇਆ ਜਾਂਦਾ ਸੀ। ਸੋ ਜੇ ਕਿਸੇ ਨੂੰ ਆਨਰ ਕਰਨਾ ਹੋਵੇ ਤੇ ਉਹਦੇ ਗਲੇ ਦੇ ਵਿੱਚ ਇਸ ਨੂੰ ਪਾਇਆ ਜਾਂਦਾ ਸੀ। ਇਹ ਤਕਰੀਬਨ 22-23 ਗ੍ਰਾਮ ਜਾਂ ਰਫਲੀ ਕਹਿ ਲਓ ਤਕਰੀਬਨ ਅਪਰੋਕਸੀਮੇਟਲੀ 2 ਤੋਲੇ ਇਸ ਦੀ ਵੈਲਿਊ ਹੁੰਦੀ ਸੀ। ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਬਣਿਆ ਔਰ ਇਸ ਦੇ ਵਿੱਚ ਵੀ ਸਿੱਖੀ ਨਿਸ਼ਾਨ ਸੀ, ਪੱਤਿਆਂ ਦੇ ਨਿਸ਼ਾਨ ਸੀ ਔਰ ਗੁਰੂ ਸਾਹਿਬ ਦਾ ਸ਼ੁਕਰਾਨੇ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਨਾਨਕ ਦੇਵ ਜੀ ਦਾ ਨਾਂ ਆਉਂਦਾ ਸੀ। ਮਹਾਰਾਜਾ ਨੇ ਕਿਧਰੇ ਵੀ ਆਪਣੇ ਜੀਂਦੇ ਜੀ ਆਪਣਾ ਨਾਂ ਨਹੀਂ ਲਿਖਿਆ, ਨਾ ਆਪਣੀ ਕੋਈ ਤਸਵੀਰ ਕਿਸੇ ਸਿੱਕੇ ਤੇ ਚਲਾਈ। ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਚਾਹਨਾ, ਜਰਨੈਲ ਹਰੀ ਸਿੰਘ ਨਲਵਾ ਸੀ, जिसने बहुत सारे इलाके नॉर्दर्न पंजाब या हुण जिहड़ा पाकिस्तान है इहदे नॉर्थ विच जो एरिया उसने जिते सन। और 1820 तक एक कश्मीर का गवर्नर भी रहा और एज ए गवर्नर ही वॉज वेरी सक्सैसफुल। उसने कश्मीर विच भी मिंट्स बनाइया, उत्थे टकसालां बनवाइया और उसने उत्थे सिक्के चलाए। सो दूजे सिक्के तो हुण मैं उन्होंने रिपीट नहीं करना चाहता गल नूं, वो सारिया सिक्के जिहड़े नानकशाही सी, गोबिंदशाही सी या होर सन, वो सारे सिक्के चलते सन, उत्थे बनते सन, पर उसने एक खास सिक्का भी बनाया। एक मैं चूंकि सिर्फ रेयर जिहड़े ने उन्हां दी गल कर रहा, सारियां दी तो गल करनी संभव नहीं क्योंकि हज़ारां दी गिनती विच सन। तां उस सिक्के दा नाम सी हर सिक्का, ਉਹਦੇ ਉੱਤੇ ਹਰ ਲਿਖਿਆ।
ਇਹ ਤੁਸੀਂ ਦੇਖੋ ਲੈਫਟ ਦੇ ਉੱਤੇ ਜਿਹੜਾ ਸਿੱਕਾ ਹੈ ਇਹਦੇ ਤੇ ਪੰਜਾਬੀ ਜਾਂ ਗੁਰਮੁਖੀ 'ਚ ਲਿਖਿਆ ਹੋਇਆ ਹਾਹਾ ਤੇ ਰਾ ਅੱਗੇ ਹੈਗਾ ਤੇ ਉੱਪਰ ਕਿਰਪਾਨ ਹੈ। ਇਸ ਤਰ੍ਹਾਂ ਹੋਰ ਵੀ ਕਈ ਗੱਲਾਂ ਪਰਸ਼ੀਅਨ 'ਚ ਵੀ ਲਿਖੀਆਂ ਨੇ, ਗੁਰਮੁਖੀ 'ਚ ਵੀ ਲਿਖੀਆਂ। ਦੂਸਰੇ ਪਾਸੇ ਗੁਰੂ ਸਾਹਿਬ ਦੇ ਬਾਰੇ ਲਿਖਿਆ ਗਿਆ। ਇਹ ਸਿੱਕਾ ਉਸਨੇ ਐਜ਼ ਏ ਗਵਰਨਰ ਆਫ ਕਸ਼ਮੀਰ 1820 ਤੱਕ ਰਿਹਾ। ਉਸ ਤੋਂ ਬਾਅਦ ਇੱਕ ਹੋਰ ਗਵਰਨਰ ਆਇਆ, ਉਹਦਾ ਨਾਂ ਕਸ਼ਮੀਰ ਦਾ ਹੀ, ਉਹਦਾ ਨਾਂ ਸੀ ਦੀਵਾਨ ਮੋਤੀ ਰਾਮ। ਇਹ 2 ਸਾਲ ਲਈ ਗਵਰਨਰ ਰਿਹਾ 1820 ਤੋਂ ਲੈ ਕੇ 22 ਤੱਕ। ਇਸਨੇ ਇੱਕ ਹਿੰਦੂ ਧਰਮ ਦੇ ਚਿੰਨ੍ਹ ਦੇ ਵਜੋਂ ਇੱਕ ਸਵਾਸਤਿਕ ਸਿੱਕਾ ਚਲਾਇਆ। ਸਵਾਸਤਿਕ ਇੱਕ ਕਿਸਮ ਦਾ ਕ੍ਰਾਸ ਹੈ ਜਿਹੜਾ ਤੁਸੀਂ ਇਸ ਰਾਈਟ ਸਾਈਡ ਦੀ ਜਿਹੜਾ ਸਿੱਕਾ ਉਹ 'ਚ ਦੇਖ ਸਕਦੇ ਹੋ। ਔਨ ਦੀ ਲੈਫਟ ਆਫ ਦੀ ਮਿਡਲ ਤੁਸੀਂ ਦੇਖ ਸਕਦੇ। ਸੋ ਇਹਦੇ ਵਿੱਚ ਕਿਰਪਾਨਾਂ ਵੀ ਹੈਗੀਆਂ ਨੇ ਔਰ ਸਵਾਸਤਿਕ ਵੀ ਹੈਗਾ ਔਰ ਇਹਦੇ ਦੂਸਰੇ ਪਾਸੇ ਨਿਸ਼ਾਨ ਸਾਹਿਬ ਵੀ ਹੈ, ਗੁਰੂ ਸਾਹਿਬ ਦੇ ਨਾਮ ਵੀ ਹਨ, ਸਭ ਕੁਝ ਹੈਗਾ। ਪਰ ਉਸਨੇ ਦੀਵਾਨ ਮੋਤੀ ਰਾਮ ਨੇ ਮਹਾਰਾਜਾ ਦੀ ਇਜਾਜ਼ਤ ਦੇ ਨਾਲ, ਉਹਦੇ ਕੰਸੈਂਟ ਦੇ ਨਾਲ ਇਹ ਸਿੱਕਾ ਬਣਾਇਆ ਤਾਂ ਕਿ ਜਿਹੜੇ ਹਿੰਦੂ ਸਨ ਉਸ ਟਾਈਮ ਦੇ ਵਿੱਚ ਉਹ ਇਹ ਨਾ ਮਹਿਸੂਸ ਕਰਨ ਕਿ ਸਾਡੀ ਕੋਈ ਇੱਥੇ ਸਿਗਨੀਫਿਕੈਂਸ ਨਹੀਂ ਹੈ, ਇੱਥੇ ਮੈਜੋਰਿਟੀ ਮੁਸਲਿਮਸ ਨੇ। ਮਹਾਰਾਜਾ ਦੇ ਟਾਈਮ ਵਿੱਚ 70% ਜਿਹੜੀ ਉਹਨਾਂ ਦੀ ਰਿਆਇਆ ਸੀ, ਉਹਨਾਂ ਦੀ ਪ੍ਰਜਾ ਸੀ, 70% ਆਫ them were Muslims ਔਰ ਸਿੱਖ 17% ਸੀ, 17 ਤੇ ਬਾਕੀ 13% ਹਿੰਦੂ ਸੀ। ਸੋ ਇਸ ਤਰ੍ਹਾਂ ਉਸ ਟਾਈਮ ਦੇ ਵਿੱਚ ਬੜੀ ਖੁਸ਼ਹਾਲੀ ਸੀ, ਲੋਕ ਮਹਾਰਾਜੇ ਨਾਲ ਵੀ ਖੁਸ਼ ਸੀ, ਆਪਸ ਵਿੱਚ ਵੀ ਉਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਸੀ। ਸੋ ਇਸ ਗੱਲ ਨੂੰ ਰਿਕੋਗਨਾਈਜ਼ ਕਰਨ ਲਈ ਉਹਨਾਂ ਨੇ ਇੱਕ ਹਿੰਦੂ ਧਰਮ ਦਾ ਚਿੰਨ੍ਹ ਜਾਂ ਪ੍ਰਤੀਕ ਸਵਾਸਤਿਕ ਦਾ ਚਿੰਨ੍ਹ ਵਾਲੀ ਵੀ ਇੱਕ ਮੋਹਰ ਬਣਾਈ, ਇੱਕ ਸਿੱਕਾ ਬਣਾਇਆ, ਉਹ ਤੁਸੀਂ ਦੇਖ ਸਕਦੇ। ਸੋ ਇੱਥੋਂ ਤੁਹਾਨੂੰ ਉਹਨਾਂ ਲੋਕਾਂ ਦੀ ਸੋਚ ਬਾਰੇ ਪਤਾ ਲੱਗਦਾ ਹੈ ਹਾਊ ਦੇ ਥੌਟ, ਦੇ ਵਰ ਨਾਟ ਕਮਿਊਨਲ। ਸੋ ਉਹਨਾਂ ਦੇ ਬੜੇ ਵਿਸ਼ਾਲ ਹਿਰਦੇ ਸਨ, ਵਿਸ਼ਾਲ ਔਰ ਅੱਛੇ ਵਿਚਾਰ ਸਨ, ਪਰ ਇੱਕ ਦੂਸਰੇ ਨਾਲ ਪਿਆਰ ਨਾਲ ਰਹਿੰਦੇ ਸਨ। ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਨਿਸ਼ਾਨ ਸਾਹਿਬ ਵਾਲੇ ਸਿੱਕੇ ਦੀ ਗੱਲ ਕਰਦਾ ਜਿਹੜਾ ਇਹ ਅਸਲ ਦੇ ਵਿੱਚ ਮਹਾਰਾਜਾ ਸਾਹਿਬ ਦੀ ਡੈਥ ਤੋਂ ਬਾਅਦ ਹੈਗੇ ਨੇ ਸਿੱਕੇ। ਉਹਨਾਂ ਦਾ ਜਿਹੜੇ ਸ਼ਹਿਜ਼ਾਦਾ ਸਭ ਤੋਂ ਛੋਟੇ ਸਨ ਦਲੀਪ ਸਿੰਘ, ਉਹਨਾਂ ਨੇ ਕਸ਼ਮੀਰ ਵਿੱਚ ਇਹ ਬਣਾਇਆ ਸੀ। ਉਸ ਵਕਤ ਪ੍ਰਿੰਸ ਦਲੀਪ ਸਿੰਘ ਬਹੁਤ ਛੋਟੇ ਸਨ ਔਰ ਉਹਨਾਂ ਦੇ ਮਦਰ ਰਾਣੀ ਜਿੰਦਾ ਜਿਹੜੇ ਸਨ ਉਹ ਉਸ ਵੇਲੇ ਰਾਜ ਕਰ ਰਹੇ ਸਨ ਮਹਾਰਾਜਾ ਸਾਹਿਬ ਦੀ ਡੈਥ ਤੋਂ ਬਾਅਦ। ਤਾਂ ਉਸ ਵਕਤ ਉਹਨਾਂ ਨੇ ਨਿਸ਼ਾਨ ਸਾਹਿਬ ਵਾਲੇ ਲੈਫਟ ਦੇ ਉੱਤੇ ਤੁਸੀਂ ਦੇ ਦਿਓ, ਇਹ 'ਚ ਇੱਕ ਨਿਸ਼ਾਨ ਸਾਹਿਬ ਬਣਿਆ ਹੋਇਆ, ਰਾਈਟ ਦੇ ਉੱਤੇ ਤੁਸੀਂ ਦੇਖੋ ਇੱਕੋ ਪੋਲ ਦੇ ਉੱਤੇ 2 ਨਿਸ਼ਾਨ ਸਾਹਿਬ। ਸੋ ਇਹ ਨਿਸ਼ਾਨ ਜਿਹੜੇ ਨੇ ਇਹ ਆਪਸ ਦੇ ਵਿੱਚ ਸੁਹਿਰਦਤਾ, ਆਪਸੀ ਪਿਆਰ ਔਰ ਨੇਕੀ ਦਾ ਇੱਕ ਚਿੰਨ੍ਹ ਹੈ। ਇਹ ਕੋਈ ਕਿਸੇ ਦੇ ਉੱਤੇ ਹਕੂਮਤ ਕਰਨ ਦਾ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦਾ ਨਿਸ਼ਾਨ ਨਹੀਂ ਹੈ। ਤੁਸੀਂ ਦੇਖੋ ਸਿਰਫ ਗੁਰਦੁਆਰਾ ਸਾਹਿਬ ਦੇ ਉੱਪਰ ਹੀ ਇਹ ਨਿਸ਼ਾਨ ਸਾਹਿਬ ਹੁੰਦੇ ਨੇ ਔਰ ਜਿਹੜੀਆਂ ਸਿੱਖ ਫੌਜਾਂ ਮਹਾਰਾਜਿਆਂ ਦੇ ਟਾਈਮ ਦੇ ਵਿੱਚ ਜੰਗ ਕਰਦੀਆਂ ਸੀ ਅੱਗੇ ਇਹ ਨਿਸ਼ਾਨ ਚੱਲਦਾ ਸੀ। ਈਵਨ ਬ੍ਰਿਟਿਸ਼ ਟਾਈਮ ਦੇ ਵਿੱਚ ਔਰ ਵਰਲਡ ਵਾਰ 1 ਵਰਲਡ ਵਾਰ 2 ਵਿੱਚ ਵੀ ਜਿੱਥੇ ਜਿੱਥੇ ਵੀ ਸਿੱਖ ਫੌਜ ਗਈ ਹੈ ਉਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਬੜੇ ਅਦਬ ਦੇ ਨਾਲ ਟਰੱਕ ਵਿੱਚ ਇੱਕ ਖਾਸ ਵੱਖਰਾ ਹੁੰਦਾ ਸੀ, ਉਸ ਦੇ ਵਿੱਚ ਲਿਜਾਇਆ ਜਾਂਦਾ ਸੀ ਔਰ ਉਸ ਦੇ ਅੱਗੇ ਕੇਸਰੀ ਨਿਸ਼ਾਨ ਲੈ ਕੇ ਵਰਲਡ ਵਾਰ 1 2 ਔਰ ਬ੍ਰਿਟਿਸ਼ ਐਮਪਾਇਰ ਦੀਆਂ ਜਿਹੜੀਆਂ ਬੈਟਲਸ ਜਾਂ ਵਾਰਸ ਹੁੰਦੀਆਂ ਸੀ ਉਹਨਾਂ 'ਚ ਲਿਜਾਇਆ ਜਾਂਦਾ ਸੀ। ਸੋ ਇਟ ਵਾਜ਼ ਅ ਸਾਈਨ ਆਫ ਵਿਕਟਰੀ ਆਫ ਦਾ ਬ੍ਰੇਵ ਐਂਡ ਦੀ ਜਸਟ, ਜਿਹੜੇ ਇਨਸਾਫ ਪਸੰਦ ਲੋਕ ਸਨ ਉਹਨਾਂ ਦੀ ਜਿੱਤ ਦਾ ਨਿਸ਼ਾਨ ਸੀ। ਇਹ ਕੋਈ ਕਮਿਊਨਲ ਜਾਂ ਕਿਸੇ ਸਿਰਫ ਸਿੱਖਾਂ ਦਾ ਨਿਸ਼ਾਨ ਨਹੀਂ ਹੈ, ਇਹ ਅੱਛੇ ਗੁਣਾਂ ਦਾ ਨਿਸ਼ਾਨ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦਾ ਇੱਕ ਵੱਡਾ ਬੇਟਾ ਮਹਾਰਾਜਾ ਖੜਕ ਸਿੰਘ ਸੀ ਜਿਸ ਨੂੰ
ਡੋਗਰਿਆਂ ਨੇ ਬਾਅਦ ਦੇ ਵਿੱਚ ਪੋਇਜ਼ਨ ਕਰ ਦਿੱਤਾ ਸੀ, ਧੋਖੇ ਨਾਲ ਮਾਰ ਦਿੱਤਾ ਉਸਨੂੰ। ਔਰ ਜੇ ਕੋਈ ਕਵੇ ਕਿ ਜੀ ਸਿੱਖ ਰਾਜ ਨਹੀਂ ਕਰ ਸਕੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਸਿੱਖਾਂ ਨੇ ਬੜਾ ਅੱਛਾ ਰਾਜ ਕੀਤਾ, ਉਹਨਾਂ ਦੇ ਰਾਜ ਵਰਗਾ ਕੋਈ ਰਾਜ ਦੁਨੀਆ ਤੇ ਅੱਜ ਤੱਕ ਹੋਇਆ ਨਹੀਂ ਜਿਹੜਾ ਇੰਨਾ ਇਨਸਾਫ ਪਸੰਦ ਹੋਵੇ। they did justice to everybody। ਤੇ ਮਹਾਰਾਜਾ himself was a very just and honest man। ਠੀਕ ਹੈ, ਛੋਟੀਆਂ ਮੋਟੀਆਂ ਕਮੀਆਂ ਹਰ ਇੱਕ 'ਚ ਹੁੰਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ। ਸਿਰਫ ਇੱਕ ਗੁਰੂ ਹੈ ਜੋ ਕੋਈ ਗਲਤੀ ਨਹੀਂ ਕਰਦਾ, ਦੁਨੀਆ ਦਾ ਹਰ ਇਨਸਾਨ ਗਲਤੀ ਕਰਦਾ, ਮਹਾਰਾਜਾ ਨੇ ਵੀ ਕੀਤੀ। ਸੋ ਉਸ ਦੀ ਉਹਨੂੰ ਪਨਿਸ਼ਮੈਂਟ ਮਿਲ ਗਈ। ਪਰ ਉਸ ਤੋਂ ਬਾਅਦ ਅਗਰ ਸਿੱਖ ਰਾਜ ਗਿਆ, ਉਹ ਇਸ ਕਰਕੇ ਨਹੀਂ ਗਿਆ ਕਿ ਸਿੱਖ ਰਾਜ ਨਹੀਂ ਕਰ ਸਕੇ, ਬਲਕਿ ਇਸ ਕਰਕੇ ਗਿਆ ਕਿ ਉਹਨਾਂ ਦੇ ਨਾਲ ਉਹਨਾਂ ਦੇ ਵਫਾਦਾਰ ਜਿਹੜੇ ਸਨ ਜਰਨੈਲ, ਉਹਨਾਂ ਨੇ ਹੀ ਧੋਖਾ ਕੀਤਾ। ਸੋ ਡੋਗਰੇ ਜਿਹੜੇ ਜਿਨ੍ਹਾਂ ਨੂੰ ਮਹਾਰਾਜੇ ਨੇ ਇੰਨਾ ਆਨਰ ਦਿੱਤਾ, ਉਹੀ ਡੋਗਰੇ ਮਹਾਰਾਜਾ ਦੀ ਡੈਥ ਤੋਂ ਬਾਅਦ ਉਹਨਾਂ ਨੇ ਮਹਾਰਾਜੇ ਦੇ ਪੁੱਤਰਾਂ ਨੂੰ ਮਰਵਾਇਆ ਕਿ ਅਸੀਂ ਇਸ ਰਾਜ ਨੂੰ ਸਾਂਭ ਲਈਏ। ਪਰ ਦੇਖੋ ਬਦਨੀਅਤ, ਮਾੜੇ ਖਿਆਲ ਨਾਲ ਜੋ ਉਹਨਾਂ ਨੇ ਕੀਤਾ, ਉਹਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ, ਡੋਗਰੇ ਵੀ ਰਾਜ ਨਹੀਂ ਕਰ ਸਕੇ। ਸੋ ਖੜਕ ਸਿੰਘ ਦੀ 40 ਸਾਲ ਦੀ ਉਮਰ ਸੀ, 1801 ਤੋਂ 1840। ਇਸ ਨੇ ਇੱਕ ਸਾਲ ਸਿਰਫ ਰਾਜ ਕੀਤਾ, ਜਿਸ ਵਿੱਚ 6 ਮਹੀਨੇ ਵਿਚਾਰਾ ਉਹ ਮੰਜੀ ਤੇ ਹੀ ਪਿਆ ਰਿਹਾ। ਉਸ ਨੂੰ ਕਿਸੇ ਨੇ ਕੋਈ ਜ਼ਹਿਰ ਦੇ ਦਿੱਤਾ ਸੀ। ਉਸ ਦਾ ਪੁੱਤਰ ਅੱਗੇ ਨੌ ਨਿਹਾਲ ਸਿੰਘ ਹੋਇਆ, ਯਾਨੀ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ। ਉਸ ਦੇ ਵਿਚਾਰ ਇੰਨੇ ਅੱਛੇ ਸਨ, ਇੰਨਾ ਯਾਨੀ ਸੈਕੂਲਰ ਸੀ ਕਿ ਉਸਨੇ ਜਿਹੜੇ 2 ਸਿੱਕੇ ਆਪਣੇ ਟਾਈਮ ਦੇ ਵਿੱਚ ਬਣਾਏ ਪ੍ਰਿੰਸ ਨੌ ਨਿਹਾਲ ਸਿੰਘ ਨੇ, ਇੱਕ ਦੇ ਉੱਤੇ ਲਿਖਿਆ ਰਾਮ, ਇੱਕ ਤੇ ਲਿਖਿਆ ਓਮ। ਇਹ ਬੜੇ ਰੇਅਰ ਗੱਲਾਂ ਨੇ, ਅੱਜ ਤੁਸੀਂ ਇਹ ਗੱਲਾਂ ਦੁਨੀਆ ਦੇ ਕਿਸੇ ਮੁਲਕ ਵਿੱਚ ਵੀ ਸੋਚ ਨਹੀਂ ਸਕਦੇ। ਇਹ ਦੇਖੋ ਲੈਫਟ ਤੇ ਜਿਹੜਾ ਬਲੂ ਕਲਰ ਦੇ ਵਿੱਚ ਸਿੱਕਾ ਇੱਥੇ ਦਿਖਾਇਆ ਗਿਆ, ਇਹ ਪਰਸ਼ੀਅਨ 'ਚ ਲਿਖਿਆ, ਔਰ ਇਹਦੇ ਉੱਤੇ ਲਿਖਿਆ ਹੋਇਆ ਪਰਸ਼ੀਅਨ ਦੇ ਵਿੱਚ ਰਾਮ। ਉਹਨਾਂ ਨੇ ਹਿੰਦੂਆਂ ਨੂੰ ਬਕਾਇਦਾ ਆਪਣੇ ਬਰਾਬਰ ਇੱਜ਼ਤ ਮਾਣ ਦਿੱਤੀ, ਸਤਿਕਾਰ ਦਿੱਤਾ, ਉਹਨਾਂ ਨੂੰ ਰਿਕੋਗਨਾਈਜ਼ ਕੀਤਾ। ਰਾਈਟ ਸਾਈਡ ਦੇ ਉੱਤੇ ਤੁਸੀਂ ਦੇਖੋ ਜਿਹੜਾ ਥੋੜਾ ਜਿਹਾ ਡਾਰਕ ਸ਼ੇਡ ਵਿੱਚ ਹੈ, ਉਹਦੇ ਉੱਤੇ ਓਮ ਲਿਖਿਆ ਹੋਇਆ। ਇਹ ਓਮ ਜਿਹੜਾ ਹੈ ਗੁਰਮੁਖੀ 'ਚ ਹੈ। ਪਹਿਲੇ ਤੁਸੀਂ ਦੇਖੋ ਮਿਡਲ ਤੋਂ ਜ਼ਰਾ ਕੁ ਰਾਈਟ ਨੂੰ, ਉੱਥੇ ਊੜਾ ਪਿਆ, ਤੇ ਅੱਗੇ ਫਿਰ ਉਸ ਦੇ ਉੱਤੇ ਉਹ ਦੂਸਰਾ ਵਰਡ ਹੈ ਐਮ, ਮਮਾ ਓਮ। ਸੋ ਓਮ ਦੇ ਸਿੱਕੇ 1825 ਵਿੱਚ, ਔਰ ਰਾਮ ਦੇ ਸਿੱਕੇ ਇਹ ਫਰਾਖ ਦਿਲ ਸਿੱਖ ਕੌਮ ਦੇ ਇੱਕ ਨੌ ਨਿਹਾਲ ਸਿੰਘ ਮਹਾਰਾਜੇ ਦੇ ਪੋਤਰੇ ਨੇ ਇਸ ਨੂੰ ਜਾਰੀ ਕੀਤਾ। ਸੋ ਤੁਹਾਨੂੰ ਇਹਨਾਂ ਸਿੱਕਿਆਂ ਦੀ ਗੱਲ ਮੈਂ ਇਸ ਲਈ ਕਰ ਰਿਹਾ ਕਿ ਜਿਸ ਤਰ੍ਹਾਂ ਤਖਤਾਂ ਦੇ ਬਾਰੇ ਪਤਾ ਲੱਗਦਾ ਵੀ ਉਹ ਤਖਤ ਕਿਉਂ ਬਣੇ, ਉਹਨਾਂ ਦੇ ਵਿੱਚ ਕੀ ਹੋਇਆ ਸੀ, ਔਰ ਜਿਹੜੇ ਬੁੰਗੇ, ਰਾਮਗੜੀਆ ਬੁੰਗੇ ਦੀ ਮੈਂ ਗੱਲ ਕੀਤੀ ਸੀ, ਉਹ ਬੁੰਗਾ ਕਿਉਂ ਬਣਿਆ। ਦਿਸ ਇਜ਼ ਦ ਹਿਸਟਰੀ ਆਫ ਦ ਸਿੱਖਸ ਵਿਚ ਵੀ ਸ਼ੁੱਡ ਬੀ ਪ੍ਰਾਊਡ ਆਫ। ਔਰ ਇਸ ਤੋਂ ਲਰਨ ਕਰਨ ਵਾਲੀ ਗੱਲ ਹੈ, ਖਾਸ ਤੌਰ ਤੇ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਕਿ ਸਾਡੇ ਜਿਹੜੇ ਵੱਡੇ ਵਡੇਰੇ ਸਨ, ਉਹਨਾਂ ਦੇ ਵਿਚਾਰ ਕਿੰਨੇ ਉਸ ਸਮੇਂ ਦੇ ਵਿੱਚ ਅੱਛੇ ਸਨ। ਐਸੇ ਦੇਖੋ, ਇਸ ਤੋਂ ਬਾਅਦ 1847 ਵਿੱਚ, ਇਹ ਵੀ ਮਹਾਰਾਜਾ ਰਣਜੀਤ ਸਿੰਘ ਦੀ ਉਸ ਵੇਲੇ ਡੈਥ ਹੋ ਚੁੱਕੀ ਸੀ, ਇੱਕ ਸਿੱਕਾ ਬਣਿਆ ਜਿਸ ਦੇ ਉੱਤੇ ਲਿਖਿਆ ਸਤਨਾਮ ਵਾਸਤੇ ਗੁਰੂ ਸਾਹਿਬ ਦੇ ਜਿਹੜੀ ਬਾਣੀ ਹੈ ਉਹ 'ਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਇਹ ਵਰਡ ਆਉਂਦੇ ਨੇ, ਉਹਨਾਂ ਨੇ ਸਤਨਾਮ ਵਾਸਤੇ ਇੱਕ ਸਿੱਕਾ ਲੈਫਟ ਦੇ ਉੱਤੇ, ਇਹ ਵੀ ਤੁਸੀਂ ਗੁਰਮੁਖੀ 'ਚ ਦੇਖੋ ਲਿਖਿਆ ਹੋਇਆ, ਬੜਾ ਕਲੀਅਰ ਦਿਸਦਾ। ਰਾਈਟ ਸਾਈਡ ਤੇ ਉਸੇ ਸਮੇਂ ਦੇ ਵਿੱਚ ਹੀ ਇੱਕ ਚਾਂਦੀ ਦਾ ਸਿੱਕਾ ਬਣਾਇਆ ਗਿਆ ਸਿੱਖ ਰਾਜ ਵੱਲੋਂ, ਜਿਹਦੇ ਉੱਤੇ ਲਿਖਿਆ ਸੀ ਸ਼ਿਵ। ਇਹ ਤੁਸੀਂ ਦੇਖੋ ਬੜਾ ਕਲੀਅਰਲੀ ਦਿਸ ਰਿਹਾ ਕਿ ਉਹਦੇ ਉੱਤੇ ਸ਼ਿਵ ਲਿਖਿਆ ਹੋਇਆ। ਇਹ ਹੁਣ ਪੁਰਾਣੇ ਹਿਸਟੋਰਿਕ ਚੀਜ਼ਾਂ ਨੇ, ਇਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਗਿਆ। ਆਮ ਸਰਕੂਲੇਸ਼ਨ ਵਿੱਚ ਤਾਂ ਲੋਕਾਂ ਨੂੰ ਨਹੀਂ ਆਉਂਦੇ, ਨਾ ਕਿਸੇ ਨੂੰ ਪਤਾ ਲੱਗਦਾ ਕਿ ਸਿੱਖ ਕੌਣ ਸਨ। ਔਰ ਅਖੀਰਲਾ ਜਿਹੜਾ ਸਿੱਕਾ ਸੀ ਖਾਲਸਾ ਸਰਕਾਰ ਦਾ, ਉਹਦੇ ਉੱਤੇ ਰਾਮ ਲਿਖਿਆ ਹੋਇਆ ਸੀ। 1849 ਦੇ ਵਿੱਚ ਇਹ ਸਿੱਕਾ ਜਾਰੀ ਹੋਇਆ, ਔਰ ਇਹ ਉਸ ਸਾਲ ਦੀ ਗੱਲ ਹੈ ਜਿਸ ਸਾਲ
ਸੈਕੰਡ ਐਂਗਲੋ ਸਿੱਖ ਵਾਰ ਹੋਈ ਔਰ ਮੁਦਕੀ ਔਰ ਸਭਰਾਵਾਂ ਦੇ ਜੰਗਾਂ ਦੇ ਵਿੱਚ ਸਿੱਖਾਂ ਦੇ ਨਾਲ ਬੜੇ ਵੱਡੇ ਵੱਡੇ ਧੋਖੇ ਕੀਤੇ ਗਏ। ਉਹਨਾਂ ਧੋਖਿਆਂ ਕਰਕੇ ਉਹ ਬਹਾਦਰ ਸਿੱਖ ਕੌਮ ਹਾਰ ਗਈ ਔਰ ਸਿੱਖ ਰਾਜ ਖਤਮ ਹੋ ਗਿਆ। ਇਹ ਉਸ ਰਾਜ ਦੀ ਆਖਰੀ ਨਿਸ਼ਾਨੀ ਸੀ, ਆਖਰੀ ਸਿੱਕਾ ਸੀ। ਮਹਾਰਾਣੀ ਜਿੰਦਾ ਨੂੰ ਅੰਗਰੇਜ਼ ਉੱਥੇ ਲੈ ਗਏ, ਪ੍ਰਿੰਸ ਦਲੀਪ ਸਿੰਘ ਨੂੰ ਉੱਥੇ ਲੈ ਗਏ ਤਾਂ ਕਿ ਮੁੜ ਕੇ ਇੱਥੇ ਨਾ ਆ ਸਕਣ, ਔਰ ਸਾਰੇ ਹੋਰ ਜਿੰਨੇ ਮੈਕੀਆਵੇਲੀਅਨ ਚਲਾਕੀ ਮਕਾਰੀ ਦੇ ਤਰੀਕੇ ਸਨ ਉਹ ਅੰਗਰੇਜ਼ ਗੌਰਮੈਂਟ ਨੇ ਸਿੱਖਾਂ ਦੇ ਉੱਤੇ ਵਰਤੇ। ਹੁਣ ਮੈਂ ਇੱਕ ਇਸ ਨੂੰ ਖਤਮ ਕਰਨ ਤੋਂ ਪਹਿਲੇ ਲਾਹੌਰ ਦੇ ਅਜਾਇਬ ਘਰ ਦੀ ਗੱਲ ਮੈਂ ਕੀਤੀ ਸੀ, ਉਹਦੇ ਬਾਰੇ ਦੱਸਣਾ ਚਾਹੁੰਦਾ। ਉਸ ਦੇ ਵਿੱਚ ਫਰਾਂਸ ਵਿੱਚ ਬਣਾਏ ਗਏ ਕੁਝ ਸੋਨੇ ਦੇ ਬੜੇ ਦੁਰਲਭ, ਬੜੇ ਰੇਅਰ ਸਿੱਕੇ ਅੱਜ ਵੀ ਮੌਜੂਦ ਹੈ। ਕਦੀ ਕਿਸੇ ਨੂੰ ਮੌਕਾ ਮਿਲੇ ਤਾਂ ਜ਼ਰੂਰ ਦੇਖੋ, ਮੈਂ ਤਾਂ ਨਹੀਂ ਦੇਖੇ, ਲੇਕਿਨ ਮੈਂ ਉਸ ਮਿਊਜ਼ੀਅਮ ਦੇ ਕੁਝ ਹਿੱਸੇ ਮੈਂ ਲੱਭੇ ਸਨ। ਇੱਕ ਉਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਲਾ ਮੈਡਲ ਹੈ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਦਿਖਾਇਆ ਗਿਆ ਕਿ ਉਹ ਗੁਰੂ ਨਾਨਕ ਸਾਹਿਬ ਨੂੰ ਫੁੱਲ ਭੇਟ ਕਰ ਰਹੇ ਨੇ। ਹੁਣ ਇਹ ਕਿਸੇ ਦੇ ਮਨ ਦੀ ਯਾਨੀ ਕਲਪਨਾ ਹੈ, ਇਮੈਜੀਨੇਸ਼ਨ ਹੈ, ਇੱਦਾਂ ਹੋ ਤਾਂ ਨਹੀਂ ਸੀ ਸਕਦਾ, ਕਿਉਂਕਿ ਗੁਰੂ ਸਾਹਿਬ ਦਾ ਜੀਵਨ ਕਾਲ ਜਿਹੜਾ ਸੀ ਉਹ 1469 ਤੋਂ 1539 ਤੱਕ ਸੀ। ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਹ 1839 ਦੇ ਵਿੱਚ, ਤਕਰੀਬਨ ਯਾਨੀ 300 ਸਾਲ ਦਾ ਫਰਕ ਹੈ। ਕੋਈ ਫੁੱਲ ਤਾਂ ਨਹੀਂ ਸੀ ਉਹ ਦੇ ਸਕਦੇ, ਪਰ ਉਹਨਾਂ ਨੇ ਇੱਕ ਆਪਣੀ ਸ਼ਰਧਾ ਪ੍ਰਗਟ ਕੀਤੀ। ਪਰ ਇਹ ਵੀ ਹੈ ਕਿ ਇਹ ਸਿੱਕਾ ਚੂੰਕਿ ਬਾਅਦ ਦੇ ਵਿੱਚ ਬਣਿਆ, ਇਸ ਕਰਕੇ ਜ਼ਰੂਰੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਬਣਾਇਆ। ਹੋ ਸਕਦਾ ਉਹਨਾਂ ਦੇ ਪੁੱਤਰ ਖੜਕ ਸਿੰਘ ਜਾਂ ਸ਼ੇਰ ਸਿੰਘ ਜਿਹੜੇ ਸਨ, ਜਾਂ ਪ੍ਰਿੰਸ ਦਲੀਪ ਸਿੰਘ ਜਿਹੜਾ ਸਭ ਤੋਂ ਛੋਟਾ ਬੇਟਾ ਸੀ ਉਹਨੇ, ਜਾਂ ਮਹਾਰਾਜਾ ਜਿਹੜੇ ਬਾਅਦ ਚ ਬਣੇ ਕੁਛ ਚਿਰ ਲਈ ਨੌਨਿਹਾਲ ਸਿੰਘ, ਉਹਨਾਂ ਚੋਂ ਕਿਸੇ ਨੇ ਬਣਾਈ। ਇਸ ਦੇ ਬਾਰੇ ਨਹੀਂ ਅੱਜ ਤੱਕ ਬਹੁਤਾ ਪਤਾ ਨਹੀਂ ਲੱਗ ਸਕਿਆ ਕਿ ਇਸ ਕਿਸ ਨੇ ਬਣਾਇਆ। ਤੇ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਵਾਲਾ ਵੀ ਸੋਨੇ ਦਾ ਸਿੱਕਾ ਉੱਥੇ, ਉਹਦੇ ਉੱਤੇ ਇਹ ਜ਼ਰੂਰ ਲਿਖਿਆ ਹੈ ਕਿ ਫਰਾਂਸ ਦੀ ਕਿਸੇ ਟਕਸਾਲ ਜਾਂ ਮਿੰਟ, ਕੋਈ ਫ੍ਰੈਂਚ ਮਿੰਟ ਹੈ ਜਿੱਥੋਂ ਉਸ ਨੂੰ ਬਣਾਇਆ ਗਿਆ। ਔਰ ਇਹ ਲਾਹੌਰ ਦਾ ਜਿਹੜਾ ਮਿਊਜ਼ੀਅਮ ਹੈ, ਲਾਹੌਰ ਸਿੱਖ ਮਿਊਜ਼ੀਅਮ, ਸਿੱਖ ਰਾਜ ਦੀਆਂ ਉਸ ਦੇ ਵਿੱਚ ਆਰਟੀਫੈਕਟਸ ਨੇ, ਤਲਵਾਰਾਂ ਨੇ, ਹਥਿਆਰ ਨੇ, ਸਿੱਕੇ ਨੇ, ਹੋਰ ਚੀਜ਼ਾਂ ਨੇ ਉੱਥੇ ਰੱਖੀਆਂ ਗਈਆਂ। ਔਰ ਉੱਥੇ ਕੁੱਲ ਮਿਲਾ ਕੇ ਤਕਰੀਬਨ 6000 ਸਿੱਕੇ ਮੌਜੂਦ ਨੇ। ਔਰ ਜਿੱਦਾਂ ਮੈਂ ਪਹਿਲੇ ਵੀ ਦੱਸਿਆ ਸੀ, ਉਹਦੇ ਵਿੱਚ 20 ਦੇ ਕਰੀਬ ਸੋਨੇ ਚਾਂਦੀ ਦੇ ਮੋਹਰਾਸ਼ਾਹੀ ਸਿੱਕੇ ਵੀ ਮੌਜੂਦ ਨੇ। ਫॉर ਹਿਸਟੋਰੀਕਲ ਰੀਜ਼ਨਸ ਆਲਦੋ ਦੇ ਹੈਡ ਬੀਨ ਵਿਡਰਾਨ, ਉਹ ਸਰਕੂਲੇਸ਼ਨ ਚੋਂ ਲੈ ਲਏ ਗਏ ਸਨ, ਬਾਹਰ ਚੱਲਦੇ ਨਹੀਂ ਸੀ, ਪਰ ਇਹਨਾਂ ਨੂੰ ਕਿਸੇ ਨੇ ਸੰਭਾਲ ਕੇ ਰੱਖਿਆ ਔਰ ਲਾਹੌਰ ਮਿਊਜ਼ੀਅਮ ਦੇ ਵਿੱਚ ਉਹ ਅਜੇ ਵੀ ਉੱਥੇ ਮੌਜੂਦ ਨੇ। ਇਹ ਨੇ ਉਹ ਦੋ ਸਿੱਕੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਕਿ ਹਟਿਆ। ਮਹਾਰਾਜਾ ਰਣਜੀਤ ਸਿੰਘ ਤੇ ਗੁਰੂ ਨਾਨਕ ਦੇਵ ਜੀ ਨੂੰ ਇਕੱਠੇ ਦਿਖਾਇਆ ਗਿਆ, ਹਾਲਾਂਕਿ ਦੋਨਾਂ ਦੇ ਵਿਚਕਾਰ 3 ਸਦੀਆਂ ਦਾ ਫਰਕ ਸੀ। ਲੈਫਟ ਤੇ ਤੁਸੀਂ ਦੇਖੋ, ਇਹ ਮਹਾਰਾਜਾ ਰਣਜੀਤ ਸਿੰਘ ਦੀ ਹੈ ਸਿੱਕਾ ਜਿਸ ਦੇ ਉੱਤੇ ਉਹਨਾਂ ਦੀ ਤਸਵੀਰ ਬਣੀ ਹੈ, ਪਰ ਓਬਵੀਅਸਲੀ ਉਹਨਾਂ ਨੇ ਆਪ ਨਹੀਂ ਬਣਾਇਆ, ਕਿਉਂਕਿ ਆਪ ਬਣਾਉਣਾ ਹੁੰਦਾ ਤੇ ਆਪਣੇ ਟਾਈਮ ਵਿੱਚ ਉਹਨਾਂ ਨੇ ਹਜ਼ਾਰਾਂ ਸਿੱਕੇ ਬਣਾਏ। ਕਿਸੇ ਤੇ ਵੀ ਉਹਨਾਂ ਨੇ ਆਪਣਾ ਨਾਮ ਨਹੀਂ ਲਿਖਿਆ, ਕਿਸੇ ਦੇ ਉੱਤੇ ਵੀ ਉਹਨਾਂ ਨੇ ਆਪਣੀ ਤਸਵੀਰ ਨਹੀਂ ਬਣਾਈ। ਹਰ ਵਾਰੀ ਉਹਨਾਂ ਨੇ ਗੁਰੂ ਦਾ ਨਾਮ ਲਿਖਿਆ ਤੇ ਖਾਲਸਾ ਪੰਥ ਦੇ ਜਿਹੜੇ ਚਿੰਨ੍ਹ ਸਨ, ਕਿਰਪਾਨ, ਖੰਡਾ, ਨਿਸ਼ਾਨ ਸਾਹਿਬ, ਕੰਗਾ, ਇਹ ਇਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਉਸ ਦੇ ਉੱਤੇ ਸ਼ੋ ਹੋਈ। ਪਰ ਇਸ ਜਿਹੜਾ ਹੈ ਇਹਦੇ ਉੱਤੇ ਇੱਕ ਪਾਸੇ ਤੇ ਮਹਾਰਾਜਾ ਸਾਹਿਬ ਦੀ ਤਸਵੀਰ ਹੈ, ਦੂਸਰੇ ਪਾਸੇ ਨਿਸ਼ਾਨ ਸਾਹਿਬ, ਕਿਉਂਕਿ ਉਹ ਇੱਕ ਹੁਕਮਰਾਨ ਸੀ। he was an emperor, therefore the French people, they thought that the flag of the Sikh empire should be shown, and it was. ਸੱਜੇ ਪਾਸੇ ਤੁਸੀਂ ਦੇਖੋ ਉਹ ਤਸਵੀਰ ਹੈ ਜਿਹੜੀ ਕਿ ਵਕਤ ਦੇ ਨਾਲ ਥੋੜੀ ਧੁੰਦਲੀ ਪੈ ਗਈ ਹੈ, ਔਰ ਇਹਦੇ ਚ ਲੈਫਟ ਸਾਈਡ ਦੇ ਉੱਤੇ ਹੱਥ ਵਿੱਚ ਇੱਕ ਫੁੱਲ ਫੜਿਆ ਹੋਇਆ ਹੈ।
ਇਹ ਫੁੱਲ ਫੜਿਆ ਹੈ ਮਹਾਰਾਜਾ ਰਣਜੀਤ ਸਿੰਘ ਨੇ। ਵਿਚਕਾਰ ਤੁਸੀਂ ਦੇਖੋ ਇੱਕ ਪੋਲ ਹੈ ਔਰ ਪੋਲ ਦੇ ਉੱਤੇ ਇੱਕ ਨਿਸ਼ਾਨ ਸਾਹਿਬ। ਨਿਸ਼ਾਨ ਸਾਹਿਬ ਦਾ ਜਿਹੜਾ ਟ੍ਰਾਇੰਗਲ ਦਾ ਯਾਨੀ ਨੈਰੋ ਸਾਈਡ ਹੈ ਉਹ ਮਹਾਰਾਜੇ ਵੱਲ ਹੈ, ਕਿਉਂਕਿ ਹੀ ਵਾਸ ਦ ਐਮਪਰਰ। ਔਰ ਜਿਹੜਾ ਵੱਡਾ ਸਾਈਡ ਪਾਸਾ ਹੈ ਉਹ ਗੁਰੂ ਵੱਲ ਹੈ। ਸੋ ਕਹਿਣ ਵਾਲੇ ਜਿਸਨੇ ਬਣਾਇਆ ਹਿਸਟੋਰੀਅਨ ਦਾ ਇਹ ਖਿਆਲ ਹੈ ਕਿ ਸ਼ਾयद ਉਸਨੇ ਇਹ ਕਹਿਣਾ ਚਾਹਿਆ ਕਿ ਸੱਚਾ ਪਾਤਸ਼ਾਹ ਜਾਂ ਸਾਰੀ ਦੁਨੀਆ ਦਾ ਬਾਦਸ਼ਾਹ ਜਿਹੜਾ ਹੈ ਉਹ ਗੁਰੂ ਨਾਨਕ ਹੈ, ਉਹਦੇ ਵੱਲ ਵੱਡਾ ਪਾਸਾ ਹੈ, ਤੇ ਇੱਕ ਛੋਟੇ ਜਿਹੇ ਨਾਰਥ ਵੈਸਟਰਨ ਇੰਡੀਆ ਦਾ, ਭਾਵੇਂ ਉਹ ਛੋਟਾ ਇਲਾਕਾ ਨਹੀਂ ਸੀ, ਉਸ ਦਾ ਮਾਲਕ ਮਹਾਰਾਜਾ ਹੈ। ਸੋ ਇਹ ਦੋ ਬੜੀਆਂ ਵਰਲਡ ਦੀਆਂ ਰੇਅਰ ਗੋਲਡ ਕੋਇਨਸ ਨੇ ਜਿਹੜੀਆਂ ਕਿ ਲਾਹੌਰ ਸਿੱਖ ਮਿਊਜ਼ੀਅਮ ਦੇ ਵਿੱਚ ਮੌਜੂਦ ਨੇ ਔਰ ਇਹ ਫ੍ਰੈਂਚ ਮਿੰਟ ਦੇ ਵਿੱਚ ਬਣੀਆਂ। ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਥੋੜਾ ਜਿਹਾ ਤੁਹਾਨੂੰ ਪਹਿਲੇ ਜ਼ਿਕਰ ਕੀਤਾ ਸੀ ਪ੍ਰੀ ਸਿੱਖ ਰਾਜ ਵਿੱਚ ਕੀ ਹੁੰਦਾ ਸੀ ਔਰ ਇਹ ਪੋਸਟ ਸਿੱਖ ਰਾਜ, ਯਾਨੀ ਜਦੋਂ ਸਿੱਖ ਰਾਜ ਖਤਮ ਹੋਇਆ 1849 ਵਿੱਚ, ਉਸ ਤੋਂ ਬਾਅਦ ਕਿੰਗ ਜਾਰਜ 6 ਜਿਹੜਾ ਸੀ, 6ਵਾਂ ਜਾਰਜ, ਉਸਨੇ ਆਪਣੀ ਤਸਵੀਰ ਇੱਕ ਪਾਸੇ ਲਗਾ ਕੇ ਤੇ ਪੁਰਾਣੇ ਸਿੱਕੇ ਸਾਰੇ ਵਿਡਰਾ ਕਰਤੇ, ਇਹ ਨਵਾਂ ਸਿੱਕਾ ਉਸਨੇ ਜਾਰੀ ਕੀਤਾ। ਔਰ ਇਹ ਜਿਹੜੀ ਫੋਟੋ ਹੈ ਇਹ 1942 ਦੀ ਹੈ, ਪਰ ਸ਼ੁਰੂਆਤ ਜਿਹੜੀ 1849 ਤੋਂ ਹੀ ਹੋ ਗਈ ਸੀ, ਜਿਸ ਵਕਤ ਮਹਾਰਾਜੇ ਦੀ ਡੈਥ ਤੋਂ ਬਾਅਦ 10 ਸਾਲ ਸਿੱਖ ਰਾਜ ਰਿਹਾ। ਅਖੀਰ ਤੇ ਜਦ ਸ਼ਹਿਜ਼ਾਦਾ ਦਲੀਪ ਸਿੰਘ ਨੂੰ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਫਿਰ ਇਹ ਸਿੱਖ ਰਾਜ ਦਾ ਸਮਝਿਆ ਜਾਂਦਾ ਕਿ ਖਾਤਮਾ ਹੋ ਗਿਆ, ਖਤਮ ਹੋ ਗਿਆ। ਔਰ 1942 ਦੇ ਵਿੱਚ ਇਹ ਇੱਕ ਸਿੱਕਾ ਜਿਸ ਦਾ ਦੂਜਾ ਪਾਸਾ ਮੈਂ ਇਹਦਾ ਰਾਈਟ ਤੇ ਦਿਖਾਇਆ, ਇਹ ਸਿੱਕਾ 1/4 ਆਫ ਏ ਰੁਪੀ ਹੈ ਲਿਖਿਆ ਹੈ। ਸੋ ਇਸ ਵਕਤ ਪੰਜਾਬ ਵਿੱਚ ਉਦੋਂ ਲੋਕੀ ਇਹਨੂੰ 4 ਆਨੇ ਕਹਿੰਦੇ ਸੀ ਜਾਂ ਚਵਾਨੀ ਕਹਿੰਦੇ ਸੀ, ਤੇ ਇਟ ਵਾਸ 1/4 ਪਾਰਟ ਆਫ ਅ ਰੁਪੀ। ਸੋ ਇਹ ਓਵਰਸ ਤੇ ਰਿਵਰਸ ਦੋਨੋਂ ਬ੍ਰਿਟਿਸ਼ ਟਾਈਮ ਦੇ ਹੈਗੇ ਨੇ ਜਿਹੜੇ ਉਹਨਾਂ ਤੋਂ ਬਾਅਦ ਚ। ਸੋ ਇਹ ਮੇਰਾ ਮੇਨ ਫੋਕਸ ਨਹੀਂ ਹੈ, ਲੇਕਿਨ ਚूंकि ਥੋੜਾ ਜਿਹਾ ਰੈਲੇਵੈਂਟ ਸੀ ਇਸ ਲਈ ਮੈਂ ਦਿਖਾਤਾ। ਔਰ ਇਸ ਦੇ ਵਿੱਚ ਰੈਫਰੈਂਸ ਜਿਨ੍ਹਾਂ ਨੂੰ ਅਗਰ ਕਿਸੇ ਨੂੰ ਸ਼ੌਕ ਹੈ ਇਸ ਨੂੰ ਪੜ੍ਹਨ ਦਾ, ਤਾਂ ਇੱਕ ਸਵਿਟਜ਼ਰਲੈਂਡ ਦਾ ਹਿਸਟੋਰੀਅਨ ਆਇਆ ਸੀ ਇੰਡੀਆ ਦੇ ਵਿੱਚ ਮਹਾਰਾਜਾ ਸਾਹਿਬ ਦੀ ਡੈਥ ਤੋਂ ਬਾਅਦ। ਉਸਨੇ ਇੱਥੇ ਦੇ ਸਾਰੇ ਸਿਸਟਮਸ ਨੂੰ ਸਟੱਡੀ ਕੀਤਾ, ਟਰੈਵਲ ਕੀਤਾ ਪੰਜਾਬ ਵਿੱਚ ਔਰ ਹੋਰ ਬਾਕੀ ਇੰਡੀਆ ਦੇ ਵਿੱਚ, ਇੱਥੋਂ ਦੇ ਹਿਸਟੋਰੀਕਲ ਫੈਕਟਸ, ਆਰਟੀਫੈਕਟਸ ਨੂੰ ਇਕੱਠੇ ਕੀਤਾ, ਉਹਨਾਂ ਨੂੰ ਫੋਟੋ ਲਈਆਂ ਔਰ ਉਸਨੇ ਇੱਕ ਡਾਕੂਮੈਂਟਸ ਬਣਾਇਆ ਜਿਸ ਵਿੱਚ ਜਿਹਦਾ ਨਾਂ ਸੀ ਦੀ ਕੋਇਨਸ ਆਫ ਦੀ ਸਿੱਖਸ, ਕਿਉਂਕਿ ਉਹਨੂੰ ਲੱਗਾ ਕਿ ਸਭ ਤੋਂ ਇੰਪੋਰਟੈਂਟ ਕੋਇਨਸ ਅਗਰ ਕੋਈ ਸੀ ਹਿੰਦੁਸਤਾਨ ਤਾਂ ਉਹ ਸਿੱਖਾਂ ਦੇ ਕੋਇਨਸ ਹਨ। ਬਾਕੀਆਂ ਨੂੰ ਉਸਨੇ ਬੜਾ ਅਨਇੰਪੋਰਟੈਂਟ ਸਮਝ ਕੇ ਬੜਾ ਉਹਨਾਂ ਦਾ ਪਾਸਿੰਗ ਰੈਫਰੈਂਸ ਦਿੱਤਾ ਹੈ, ਬਟ ਹੀ ਕੰਸੀਡਰਡ the rest of them just insignificant and immoral। ਔਰ ਉਸਨੇ ਕਿਹਾ ਸਿੱਖ ਰਾਜ ਵਿੱਚ ਜਿਹੜੇ ਸਿੱਕੇ ਜਾਰੀ ਹੋਏ ਉਹ ਐਨਵਾਇਰਨਮੈਂਟ ਫਰੈਂਡਲੀ ਸਨ, ਉਹ ਸਪਿਰਿਚੁਅਲ ਕੰਟੈਂਟ ਸੀ ਔਰ ਉਹਨਾਂ ਦੇ ਵਿੱਚ ਈਗੋ ਨਹੀਂ ਸੀ ਕਿ ਜਿਸ ਨੇ ਸਿੱਕਾ ਜਾਰੀ ਕੀਤਾ ਉਹਨੇ ਆਪਣਾ ਨਾਂ ਲਿਖ ਲਿਆ ਹੋਵੇ, ਇੱਦਾਂ ਨਹੀਂ ਹੋਇਆ, ਉਹਨਾਂ ਨੇ ਗੁਰੂਆਂ ਦੇ ਨਾਂ ਲਿਖੇ। ਸੋ ਇਸ ਕਰਕੇ ਉਸਨੇ ਇਹਨਾਂ ਸਿੱਕਿਆਂ ਨੂੰ ਬੜੀ ਇੰਪੋਰਟੈਂਸ ਦਿੱਤੀ। ਔਰ ਇਹ ਰੀਜ਼ਨ ਸੀ ਕਿ ਜਦ ਮੈਂ ਇਹ ਬੁੱਕ ਦਾ ਐਮਾਜ਼ੋਨ ਦੇ ਉੱਤੇ ਦੇਖੀ ਤਾਂ ਮੈਨੂੰ ਇਹ ਖਿਆਲ ਆਇਆ ਕਿ ਨਹੀਂ, ਅਗਰ ਇੱਕ ਸਵਿਟਜ਼ਰਲੈਂਡ ਦਾ ਹਿਸਟੋਰੀਅਨ ਲਿਖ ਰਿਹਾ ਹੈ ਸਿੱਖ ਕੋਇਨਸ ਦੀ ਇੰਪੋਰਟੈਂਸ ਬਾਰੇ, I should study it and therefore I gave you this presentation। ਇੱਕ ਹੋਰ ਇੰਗਲੈਂਡ ਦੇ ਵਿੱਚ ਸਰਦਾਰ ਸੰਦੀਪ ਸਿੰਘ ਬਰਾੜ ਹੋਏ ਨੇ ਜਿਨ੍ਹਾਂ ਨੇ ਇੱਕ ਵੈਬਸਾਈਟ ਸ਼ੁਰੂ ਕੀਤਾ ਸੀ sikhmuseum.com। ਇਹ ਤੁਸੀਂ ਵੀ ਇਹਨੂੰ ਸਟੱਡੀ ਕਰ ਸਕਦੇ ਹੋ, ਮੈਂ ਵੀ ਕੀਤਾ। ਉਹਦੇ ਵਿੱਚ ਇਹਨਾਂ ਨੇ ਸਿੱਖ ਕੋਇਨਸ ਦੇ ਬਾਰੇ ਬਹੁਤ ਕੁਝ ਦੱਸਿਆ। ਇੱਕ ਹੋਰ ਰੈਫਰੈਂਸ ਹੈ ਆਸ਼ੀਸ਼ ਕੋਚਰ ਦਾ, ਜਿਸ ਵਿੱਚ ਉਹਨੇ ਲਿਖਿਆ ਰੀਵਿਜ਼ਿਟਿੰਗ ਸਿੱਖ ਹਿਸਟਰੀ ਟੇਲਸ ਫਰੋਮ ਮਿੰਟਸ। ਤਾਂ ਉਹਨੇ ਕਿਹਾ ਵੀ ਸਿੱਖ ਹਿਸਟਰੀ ਵਿੱਚ ਜਿਹੜੀਆਂ ਡਿਫਰੈਂਟ ਟਕਸਾਲਾਂ ਸਨ ਉੱਥੋਂ ਕੀ ਕੀ ਕਹਾਣੀਆਂ ਬਾਹਰ ਨਿਕਲੀਆਂ, ਉਹਨੇ ਸਾਰਾ ਉਸਨੂੰ ਕਲਮਬੱਧ ਕੀਤਾ ਐਂਡ ਹੀ ਹੈਜ਼ ਰਿਟਨ ਇਟ।
ਤੁਸੀਂ ਅਗਰ ਚਾਹੋ ਤਾਂ ਕਰ ਸਕਦੇ ਹੋ। ਐਂਡ ਲਾਸਟ ਆਫ ਆਲ I must acknowledge the papers of Dr. Madanjit Kaur and Dr. Rai Jasbir Singh. ਇਹ ਦੋਨੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਮੇਰੇ ਟਾਈਮ ਦੇ ਵਿੱਚ ਕੰਟੈਂਪਰੇਰੀ ਸਨ। ਦੋਨੋਂ ਰਿਟਾਇਰ ਹੋ ਚੁੱਕੇ ਨੇ, ਜਦੋਂ ਮੈਂ ਰਿਟਾਇਰ ਹੋਇਆ ਉਹ ਮੇਰੇ ਲਾਗੇ ਚੱਕ ਗਏ। ਔਰ ਡਾਕਟਰ ਮਦਨਜੀਤ ਕੌਰ ਨੂੰ ਸਾਡੇ ਪੜੋਸੀ ਸਨ, ਬਹੁਤ ਵੱਡੀ ਪ੍ਰੋਫੈਸਰ ਔਰ ਯਾਨੀ ਹਿਸਟੋਰੀਅਨ ਵੀ ਕਹਿ ਲਓ ਔਰ ਵਿਦਵਾਨ ਸੀ ਇਹ ਲੇਡੀ। ਹਾਂਜੀ, ਗੁਰਮਤ ਦੇ ਬਾਰੇ ਇਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਹਿਸਟਰੀ ਦੇ ਉੱਤੇ, ਅਗਰ ਤੁਹਾਨੂੰ ਕਿਸੇ ਨੂੰ ਸ਼ੌਕ ਹੋਵੇ ਤੁਸੀਂ ਪੜ੍ਹ ਸਕਦੇ ਹੋ। ਇਸ ਲੇਡੀ ਨੂੰ ਇੱਕ ਦਫਾ ਰਿਟਾਇਰਮੈਂਟ ਤੋਂ ਬਾਅਦ ਚੰਡੀਗੜ੍ਹ ਉਸਨੇ ਸਾਨੂੰ ਦੱਸਿਆ ਕਿ ਮੈਂ ਇੱਕ ਮਕਾਨ ਕਿਰਾਏ ਤੇ ਲੈਣ ਗਈ, ਤਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਕੋਲ ਕਿਤਾਬਾਂ ਇੰਨੀਆਂ ਨੇ ਕਿ ਸਾਡੇ ਕੋਲ ਇਹਨਾਂ ਕਿਤਾਬਾਂ ਦੇ ਰੱਖਣ ਲਈ 2 ਕਮਰੇ ਵੀ ਥੋੜ੍ਹੇ ਨੇ, ਇਸ ਕਰਕੇ ਅਸੀਂ ਤੁਹਾਨੂੰ ਮਕਾਨ ਕਿਰਾਏ ਤੇ ਨਹੀਂ ਦੇਣਾ। ਸੋ ਇਹ ਉਸਨੇ ਆਪਣੀਆਂ ਸਾਰੀਆਂ ਬੁੱਕਸ ਜਿਹੜੀਆਂ ਸਨ, ਇੰਨਾ ਕੰਮ ਕੀਤਾ ਉਸਨੇ ਕਿ ਉਹਨੇ ਇੱਕ ਲਾਇਬ੍ਰੇਰੀ ਨੂੰ ਦਾਨ ਦੇ ਕੇ ਆਪ ਕਿਧਰੇ ਕਿਸੇ ਆਸ਼ਰਮ ਦੇ ਵਿੱਚ ਚਲੀ ਗਈ ਸੀ। ਸੋ ਇਸ ਕਿਸਮ ਦੇ ਸਿੱਖ ਵਿਦਵਾਨ ਔਰ ਡੈਡੀਕੇਟਿਡ ਰਿਸਰਚਰ ਹੋਏ ਨੇ ਜਿਨ੍ਹਾਂ ਨੇ ਸਾਨੂੰ ਸਿੱਖ ਇਤਿਹਾਸ ਬਾਰੇ ਇੰਨਾ ਕੁਝ ਦੱਸਿਆ, ਪਰ ਬਦਕਿਸਮਤੀ ਹੈ ਕਿ ਸਾਨੂੰ ਉਹਨਾਂ ਦਾ ਨਾ ਪਤਾ ਹੈ, ਨਾ ਅਸੀਂ ਕਦੇ ਜਾਣਨ ਦੀ ਕੋਸ਼ਿਸ਼ ਕੀਤੀ। ਸੋ ਮੇਰਾ ਖਿਆਲ ਹੈ ਕਿ ਅਗਰ ਮੈਂ ਇਸ ਨੂੰ ਇੱਥੇ ਮੁਕਾ ਕੇ ਗੱਲ ਨੂੰ ਇਹ ਕਹਾਂ ਕਿ ਬੱਚੇ ਖਾਸ ਤੌਰ ਤੇ ਔਰ ਦੂਜੇ ਸੱਜਣ ਵੀ, ਜੇ ਸਿੱਖ ਇਤਿਹਾਸ ਨੂੰ ਸਮਝਣਾ ਚਾਹੁੰਦੇ ਹੋ ਕਿ ਉਸ ਵਕਤ ਦੇ ਲੋਕਾਂ ਦਾ ਜੀਵਨ ਕੈਸਾ ਸੀ, ਸੋਚ ਕੈਸੀ ਸੀ, ਤਾਂ ਉਸ ਵਕਤ ਦੇ ਸਿੱਕਿਆਂ ਨੂੰ ਵੀ ਦੇਖੋ ਔਰ ਇਹਨਾਂ ਬੁੱਕਸ ਨੂੰ ਜਿਨ੍ਹਾਂ ਦਾ ਮੈਂ ਰੈਫਰੈਂਸ ਦਿੱਤਾ ਹੈ, ਇਹਨਾਂ ਨੂੰ ਸਟੱਡੀ ਕਰਨ ਦੀ ਕੋਸ਼ਿਸ਼ ਕਰੋ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।